Welcome back, everyone. This is part 2 of preposition. In part 1, we learned about the meaning of preposition, what is an object of a preposition, then structure, position of preposition in a sentence, prepositional phrase, types of preposition, and the most important point that a preposition can express different relationships. If you have already watched that part, तो ਤੁਹਾਨੂੰ ਇਹ ਗੱਲ ਸਮਝ ਆ ਚੁੱਕੀ ਹੋਏਗੀ ਕਿ ਪ੍ਰੈਪੋਜੀਸ਼ਨ ਇੱਕ ਇਸ ਤਰ੍ਹਾਂ ਦਾ ਪਾਰਟ ਆਫ ਸਪੀਚ ਆ ਜਿਹੜਾ ਕਿਸੇ ਨਾਉਨ ਜਾਂ ਪ੍ਰੋਨਾਉਨ ਦੇ ਨਾਲ ਆ ਕੇ ਉਸ ਨਾਉਨ ਜਾਂ ਪ੍ਰੋਨਾਉਨ ਦਾ ਸੈਂਟੈਂਸ ਦੇ ਵਿੱਚ ਆਉਣ ਵਾਲੇ ਬਾਕੀ ਦੇ ਵਰਡਸ ਨਾਲ ਕੋਈ ਨਾ ਕੋਈ ਰਿਲੇਸ਼ਨਸ਼ਿਪ ਸ਼ੋ ਕਰਦਾ। ਔਰ ਇਹ ਜਿਹੜੇ ਰਿਲੇਸ਼ਨਸ਼ਿਪ ਆ ਉਹ ਕਿਸ ਟਾਈਪ ਦੇ ਹੁੰਦੇ ਆ? ਪਲੇਸ, ਟਾਈਮ, ਡਾਇਰੈਕਸ਼ਨ, ਇਸ ਤਰ੍ਹਾਂ ਦੇ ਰਿਲੇਸ਼ਨਸ਼ਿਪ ਹੁੰਦੇ ਆ। ਮੀਨਸ ਕਿਸੇ ਨਾਉਨ ਦਾ ਪਲੇਸ ਦੱਸਣਾ, ਕਿਸੇ ਐਕਸ਼ਨ ਦੇ ਹੋਣ ਦਾ ਟਾਈਮ ਦੱਸਣਾ, ਡਾਇਰੈਕਸ਼ਨ, ਮੂਵਮੈਂਟ, ਕਾਜ਼, ਪਰਪਸ, ਇਸ ਤਰ੍ਹਾਂ ਦੇ ਜਿਹੜੇ ਰਿਲੇਸ਼ਨਸ਼ਿਪਸ ਆ ਇਹ ਅਸੀਂ ਪ੍ਰੈਪੋਜੀਸ਼ਨ ਯੂਜ਼ ਕਰਕੇ ਸ਼ੋ ਕਰਦੇ ਹਾਂ। ਇਨ ਦਿਸ ਵੀਡੀਓ you will understand the practical usage of some most important prepositions, and you will be able to identify prepositions of place, time, direction, movement, etc. ਇਹ ਜਿੰਨੇ ਟਾਈਪਸ ਜਾਂ ਪ੍ਰੈਪੋਜੀਸ਼ਨਸ ਆ ਇਹ ਰਿਲੇਸ਼ਨਸ਼ਿਪ ਦੇ ਬੇਸ ਤੇ ਅਸੀਂ ਇਹਨਾਂ ਨੂੰ ਕਲਾਸੀਫਾਈ ਕਰਦੇ ਹਾਂ। These are the types ਜਿਨ੍ਹਾਂ ਅਕੋਰਡਿੰਗ ਆਪਾਂ ਮੇਨ ਪ੍ਰੈਪੋਜੀਸ਼ਨਸ ਨੂੰ ਕੈਟੇਗਰਾਈਜ਼ ਕੀਤਾ ਹੋਇਆ, and one by one ਹਰ ਇੱਕ ਪ੍ਰੈਪੋਜੀਸ਼ਨ ਦੀ ਯੂਜ਼ੇਜ ਸਮਝਾਂਗੇ। So let's get started with prepositions of place. See, a preposition of place shows, ਹੁਣ ਇਹ ਜਿਹੜੀ preposition of place ਹੁੰਦੀ ਆ ਇਹ show ਕਰਦੀ ਆ position, ਕਿਸੇ noun ਜਾਂ pronoun ਦੀ position ਨੂੰ show ਕਰਦੀ ਆ in relation to other things in that sentence. The first preposition is at. At ਅਸੀਂ ਕਦੋਂ use ਕਰਦੇ ਆ? ਕਿਸੇ exact location ਨੂੰ ਦੱਸਣ ਦੇ ਲਈ ਆਪਾਂ at use ਕਰਦੇ ਆ, ਜਾਂ ਫਿਰ ਤੁਸੀਂ ਕਹਿ ਸਕਦੇ ਆ ਕਿ particular place, exact position। ਜਦੋਂ ਆਪਾਂ ਇਹ ਦੱਸਣਾ ਹੋਵੇ ਨਾ ਉਦੋਂ ਆਪਾਂ ਐਟ ਯੂਜ਼ ਕਰਾਂਗੇ। ਹੁਣ ਪਰਟੀਕੂਲਰ ਪੋਜੀਸ਼ਨ ਕੀ ਹੁੰਦੀ ਆ? ਐਗਜ਼ੈਕਟ ਲੋਕੇਸ਼ਨ ਅਸੀਂ ਕਵਾਂਗੇ ਕਿ ਇਹਨੂੰ ਕਿਸੇ ਲਾਰਜਰ ਏਰੀਆ ਦਾ ਕੋਈ ਪਾਰਟ, ਦੈਟ ਇਜ਼ ਐਗਜ਼ੈਕਟ ਲੋਕੇਸ਼ਨ। ਫॉर ਐਗਜ਼ਾਮਪਲ ਬਿਲਡਿੰਗ ਇੱਕ ਲਾਰਜਰ ਏਰੀਆ ਆ, ਇਸ ਬਿਲਡਿੰਗ ਦਾ ਪਾਰਟ ਆ ਡੋਰ, ਸੋ ਐਟ ਦ ਡੋਰ। ਇੱਕ ਚੀਜ਼ ਦਾ ਧਿਆਨ ਰੱਖਣਾ, when I'm saying particular or exact point, it doesn't mean exact point on the door. Door ਦੇ ਉੱਪਰ exact point ਨਹੀਂ, it is a point on place, ਔਰ place ਕੀ ਆ? building, ਉਹਦੇ ਉੱਪਰ exact point ਕੀ ਆ? door. Door is a point, not point on the door. So this point means this area. So someone is at the door, someone is standing near the door. Okay, so the cat is at the door. I'm repeating again, at refers to an exact point. एक और एग्जाम्पल कंसिडर करते हैं। कंसिडर अ सिटी, लेट्स जलंधर। जलंधर एक सिटी है, सो होल एरिया, अ लार्जर एरिया। जलंधर ਦੇ ਵਿੱਚ ਇੱਕ ਬੱਸ ਸਟਾਪ, ਤਾਂ ਉਸ ਬੱਸ ਸਟਾਪ ਦੇ ਲਈ ਆਪਾਂ ਐਟ ਯੂਜ਼ ਕਰਾਂਗੇ। ਇਵਨ ਜਿਹੜਾ ਬੱਸ ਸਟੈਂਡ ਆ ਜਾਂ ਉਹ ਬੱਸ ਸਟਾਪ ਆ ਉਹ ਵੀ ਕੰਸੀਡਰੇਬਲ ਏਰੀਆ ਕਵਰ ਕਰ ਰਿਹਾ, ਪਰ ਆਪਾਂ ਉਹਨੂੰ ਅ ਪੁਆਇੰਟ ਕੰਸੀਡਰ ਕਰ ਰਹੇ ਹਾਂ ਕਿਉਂਕਿ ਉਹ ਐਗਜ਼ੈਕਟ ਲੋਕੇਸ਼ਨ ਆ ਇਨ ਅ ਸਿਟੀ। ਤਾਂ ਸਿਟੀ ਦੇ ਵਿੱਚ ਇਨ ਅ ਸਿਟੀ ਲਾਰਜਰ ਏਰੀਆ ਹੋ ਗਿਆ, ਜਿਹੜੀ ਕਿ ਆਪਣੀ ਨੈਕਸਟ ਪ੍ਰੈਪੋਜੀਸ਼ਨ ਹੈਗੀ ਆ। ਲਾਰਜਰ ਸਿਟੀ ਹੋ ਗਈ, ਸਿਟੀ ਦੇ ਵਿੱਚ ਐਗਜ਼ੈਕਟ ਲੋਕੇਸ਼ਨ ਹੋ ਗਈ ਬੱਸ ਸਟਾਪ, ਔਰ ਯੂ ਕੈਨ ਸੇ ਬੱਸ ਸਟੈਂਡ ਔਰ ਰੇਲਵੇ ਸਟੇਸ਼ਨ, ਇਹ ਸਭ ਐਗਜ਼ੈਕਟ ਲੋਕੇਸ਼ਨਸ ਆ। ਤਾਂ ਐਟ ਹੋ ਗਿਆ ਐਗਜ਼ੈਕਟ ਲੋਕੇਸ਼ਨ, ਐਗਜ਼ੈਕਟ ਪੁਆਇੰਟ। ਓਕੇ, ਨੈਕਸਟ ਇਜ਼ ਇਨ। ਇਨ ਆਪਾਂ ਯੂਜ਼ ਕਰਦੇ ਹਾਂ ਲਾਰਜਰ ਏਰੀਆਜ਼ ਦੇ ਲਈ, ਔਰ ਇਸ ਤਰ੍ਹਾਂ ਦੇ ਏਰੀਆਜ਼ ਜਿਨ੍ਹਾਂ ਦੀ ਬਾਉਂਡਰੀ ਡਿਫਾਈਨ ਹੁੰਦੀ ਹੈ। ਹੁਣ ਕਿਸੇ ਸਿਟੀ ਦੀ ਬਾਉਂਡਰੀ ਡਿਫਾਈਨ ਹੁੰਦੀ ਹੈ ਨਾ, ਆਪਾਂ ਨੂੰ ਪਤਾ ਹੁੰਦਾ ਕਿ ਇਸ ਸਿਟੀ ਤੋਂ ਬਾਹਰ ਕੋਈ ਹੋਰ ਵਿਲੇਜ ਆ, ਕੋਈ ਹੋਰ ਏਰੀਆ ਆ। ਇਸ ਤਰੀਕੇ ਨਾਲ ਕਿਸੇ ਸਿਟੀ, ਸਟੇਟ, ਕੰਟਰੀ ਦੀ ਬਾਉਂਡਰੀ ਹੁੰਦੀ ਆ। ਕਿਸੇ ਵੀ ਚੀਜ਼ ਦੀ ਜਿਹਦੀ ਬਾਉਂਡਰੀ ਆ ਉਹਦੇ ਲਈ ਆਪਾਂ ਇਨ ਯੂਜ਼ ਕਰਦੇ ਹਾਂ। ਹੇਅਰ ਦ ਕੈਟ ਇਜ਼ ਇਨ ਦ ਬਾਕਸ। ਦੇਖੋ ਬਾਕਸ ਦੀ ਡਿਫਾਈਨਡ ਬਾਉਂਡਰੀ ਹੈਗੀ ਆ ਨਾ, ਇਹਦੀਆਂ ਸਾਈਡਸ ਇਨਕਲੋਜ਼ਡ ਹੈਗੀਆਂ ਆ। ਤਾਂ ਕਲੋਜ਼ਡ ਏਰੀਆ ਜਾਂ ਫਿਰ ਤੁਸੀਂ ਕਹੋਗੇ ਕਿ ਲਾਰਜਰ ਏਰੀਆ in the context of places ਦੇ context ਵਿੱਚ larger area ਜਿਹੜਾ ਆ ਇਹ ਸਭ ਸ਼ੋ ਕਰਨ ਦੇ ਲਈ ਇਹਨਾਂ places ਤੇ position ਨੂੰ ਸ਼ੋ ਕਰਨ ਦੇ ਲਈ ਆਪਾਂ in use ਕਰਦੇ ਹਾਂ। next is on, when the noun is above something and touching it. direct contact ਹੋਣਾ ਜ਼ਰੂਰੀ ਆ ਜਦੋਂ ਆਪਾਂ on use ਕਰਦੇ ਹਾਂ। ਹੁਣ ਦੇਖੋ noun ਇੱਥੇ cat ਆ, the cat is on the table, surface ਦੇ ਉੱਪਰ, ਕਿਸੇ
ਸਰਫੇਸ ਦੇ ਉੱਪਰ ਜਦੋਂ ਆਪਾਂ ਕਿਸੇ ਹੋਰ ਨਾउन ਜਾਂ ਪ੍ਰੋਨਾउन ਦੀ ਪੋਜੀਸ਼ਨ ਜਾਂ ਪਲੇਸ ਦੱਸਦੇ ਆ ਤਾਂ ਆਪਾਂ on use ਕਰਦੇ ਆ। ਤਾਂ here cat is on the table means cat is laying on the surface of this table, right? Next, under. Under ਆਪਾਂ use ਕਰਦੇ ਆ ਜਦੋਂ ਇੱਕ ਚੀਜ਼ ਦੂਸਰੇ ਦੇ vertically below ਹੋਏ। ਤਾਂ cat is vertically below this table. डायरैक्ट कॉन्टैक्ट हो भी सकता, नहीं भी हो सकता। एक होर चीज़ ध्यान रखना कि जिहड़ी ये वाली उपर वाली ऑब्जेक्ट आ वो नीचे वाले नू पूरी तरह कवर कर रही है, ठीक है? तो आपां अंडर यूज़ करांगे। नैक्सट बिलो। बिलो जिहड़ा आ ये भी अंडर की तरह दिखाई तो तुहानूं इहदे नीचे ही रहा आ, बट इहदा डिफरेंस की आ कि इत्थे लैवल दस्सिया जा रहा, वर्टिकली बिलो नहीं है। हुण ये जिहड़ा बर्ड आ दिस इज अबव कैट, okay, and the cat is below the bird, but directly below दे होए ये जरूरी नहीं। level जदों आपां दसना आ, एक इहदा उपर आ और ये नीचे आ, तो इहदे लई आपां below यूज़ करदे आ। मोर ओवर तुसीं ये देख सकदे आ कि जिहड़ी उपर वाली ऑब्जेक्ट है जरूरी नहीं कि नीचे वाली नूं पूरी तरह कवर कर रही होवे, राइट? जिस तरह टेबल कैट नूं कवर कर रहा, bird is not covering the cat, but still it is above the cat. So cat is below the bird, at the lower level of the bird, right? Next, beneath. ਹੁਣ beneath है ना जड़ा ये ਤੁਹਾਨੂੰ बिल्कुल अंडर वर्गा ही लग रहा होएगा, जड़ा कि है भी। ਤੁਸੀਂ इन्ना डिफरेंस याद रखना कि beneath is formal usage of under। ਜਦੋਂ ਅਸੀਂ formal writings ਦੇ ਵਿੱਚ ਜਾਂ ਫਿਰ literary writings ਦੇ ਵਿੱਚ use ਕਰਦੇ ਆ ਤਾਂ beneath use ਕਰਦੇ ਆ। moreover beneath is used when the object below is hidden। ਜਦੋਂ बिल्कुल छुपी हुई होवे कोई चीज़ ऊपर वाली दे नीचे तो आप उत्थे beneath यूज़ करते हैं। the cat is beneath the bench, तो it means कवर करना तो इत्थे है ही कि कवर कर रहा bench cat नू। it is also possible that cat is hidden, okay? Next, above. the cat is above the bookshelf। ਹੁਣ this is the bookshelf and cat is above it। ये ऑन नालों कितना डिफरेंट आ, ये भी हायर लैवल आ। ऑन आप उदों यूज़ करते हैं जदों नाउन ते इस थिंग दे विच डायरैक्ट कॉन्टैक्ट होवे। हुण इत्थे डायरैक्ट कॉन्टैक्ट इस सरफेस दे नाल आ, जिहड़ा उपर वाला सरफेस आ उहदे नाल आ, बट जिहड़ी बुक शैल्फ आ, बुक शैल्फ ते कैट दा डायरैक्ट कॉन्टैक्ट नहीं हैगा। द कैट इज नॉट टचिंग दिस बुक शैल्फ, ओके? सो इट इज अबव द बुक शैल्फ। ਜਦੋਂ ਇੱਕ ਚੀਜ਼ ਦੂਸਰੀ ਤੋਂ ਉੱਪਰ ਹੋਏ ਬਟ ਡਾਇਰੈਕਟ ਕੰਟੈਕਟ ਨਾ ਹੋਵੇ ਜਾਂ ਫਿਰ ਆਪਾਂ ਕਹੀਏ ਕਿ ਟੱਚ ਨਾ ਕਰਦੀ ਹੋਵੇ, ਉਸ ਪੋਜੀਸ਼ਨ ਨੂੰ ਦੱਸਣ ਲਈ ਆਪਾਂ ਅਬਵ ਯੂਜ਼ ਕਰਦੇ ਹਾਂ। ਕੀ ਲਿਖਾਂਗੇ? ਦ ਕੈਟ ਇਜ਼ ਅਬਵ ਦ ਬੁੱਕ ਸ਼ੈਲਫ। ਨੈਕਸਟ ਇਜ਼ ਓਵਰ। ਓਵਰ ਆਪਾਂ ਉਦੋਂ ਯੂਜ਼ ਕਰਦੇ ਹਾਂ ਜਦੋਂ ਨਾउन ਇਜ਼ ਅਬਵ ਦ ਥਿੰਗ, ਓਕੇ? ਅਬਵ ਤਾਂ ਹੈ ਪਰ ਇਹ ਮੂਵ ਵੀ ਕਰਦਾ ਹੋ ਸਕਦਾ, it can cover from one end to another end। तो इस तरह की मूवमेंट नू, पोजीशन नू, प्लेस नू दसण लई आपां ओवर यूज़ करते हैं। the cat is over the bridge। behind, behind is clear from this picture that cat is behind the chair। chair दे एकदम chair दे पिछे है cat, so we are using behind। then in front of, antonym of behind is in front of। the cat is in front of the car। so these are some important prepositions of place, and here are some more। beside, beside, next to। table the next to ki hai teddy, so teddy bear is beside the table। between, the vase is between two books। ਜਦੋਂ position ਨਾ two objects ਦੇ ਵਿੱਚ ਹੋਵੇ ਉਹਨੂੰ ਆਪਾਂ between use ਕਰਕੇ show ਕਰਦੇ ਹਾਂ। and when objects are more than two फिर ਆਪਾਂ among यूज़ करांगे। two, between, more than two, among। and more than two की है थे flowers। flowers are more than two है ना, तो rabbit is among the flower। तो इन्हां flowers दे विच आ rabbit, but flower are more than two, इस करके आप between flowers ने लिखांगे, आप लिखांगे among flowers। next, near। the bench is near the street lamp, it's clear from the picture। then opposite, the post office is opposite the boy। now ध्यान रखना opposite अपने आप च प्रपोजिशन आ,
ਪ੍ਰੈਪੋਜੀਸ਼ਨ ਦੇ ਨਾਲ ਇੱਕ ਹੋਰ ਪ੍ਰੈਪੋਜੀਸ਼ਨ ਨਹੀਂ ਲਗਾ ਦੇਣੀ ਇੱਥੇ that opposite to the boy, opposite from the boy, ਇਸ ਤਰ੍ਹਾਂ ਦਾ ਕੁਝ ਨਹੀਂ ਕਰਨਾ। ਜਦੋਂ opposite as a preposition use ਹੋ ਰਹੀ ਆ ਇਹਦੇ ਨਾਲ ਇੱਕ ਹੋਰ ਪ੍ਰੈਪੋਜੀਸ਼ਨ ਨਹੀਂ ਆਏਗੀ। simply the post office is opposite the boy, ਇਹ ਤੋਂ ਸਾਨੂੰ ਸਮਝ ਆ ਰਿਹਾ they are facing each other like this। then inside, the fish is inside the bowl। ਹੁਣ ਦੇਖੋ in ਤੇ inside ਦੇ ਵਿੱਚ ਕੀ ਫਰਕ ਆ। in ਜਦੋਂ ਆਪਾਂ ਯੂਜ਼ ਕਰਦੇ ਆ ਨਾ, in ਆਪਾਂ ਇੱਕ enclosed ਏਰੀਆ ਦੇ ਲਈ ਯੂਜ਼ ਕਰਦੇ ਆ, ਮੈਂ ਤੁਹਾਨੂੰ ਪਹਿਲੇ ਕਿਹਾ ਸੀ। inside ਵੀ enclosed ਏਰੀਆ ਦੇ ਲਈ ਯੂਜ਼ ਕਰਦੇ ਆ, ਪਰ inside ਜਿਹੜਾ ਹੈ ਨਾ ਉਹ ਅਸੀਂ ਉਦੋਂ ਯੂਜ਼ ਕਰਦੇ ਆ ਜਦੋਂ ਫਿਜ਼ੀਕਲ ਬਾਉਂਡਰੀਜ਼ ਸਾਨੂੰ ਕਲੀਅਰਲੀ ਦਿਖ ਰਹੀਆਂ ਆ। ਹੁਣ ਅਗਰ ਮੈਂ ਤੁਹਾਨੂੰ ਕਹਾਂ in ਲੁਧਿਆਣਾ, ਠੀਕ ਹੈ, ਲੁਧਿਆਣਾ ਲਾਰਜਰ ਏਰੀਆ ਆ ਔਰ ਲੁਧਿਆਣਾ ਦੀ ਬਾਉਂਡਰੀ ਵੀ ਹੈਗੀ ਆ, ਪਰ ਕਿਆ ਉਹ ਬਾਉਂਡਰੀ ਅਸੀਂ ਫਿਜ਼ੀਕਲੀ ਦੇਖ ਸਕਦੇ ਆ? ਮੀਨਸ ਕੋਈ ਵਾਲ ਜਾਂ ਕੁਛ ਇੱਦਾਂ ਦੀ ਫੈਂਸ ਵਗੈਰਾ ਲਗਾ ਕੇ ਤਾਂ ਕੋਈ ਬਾਉਂਡਰੀ ਨਹੀਂ ਬਣਾਈ ਹੋਈ। ਆਲਦੋ ਲੁਧਿਆਣਾ ਦੀ ਬਾਉਂਡਰੀ ਵੈਲ ਡਿਫਾਈਨਡ ਆ, ਪਰ ਫਿਜ਼ੀਕਲੀ ਸਾਨੂੰ ਦਿਖਾਈ ਨਹੀਂ ਦਿੰਦੀ। ਤਾਂ ਜਿੱਥੇ ਸਾਨੂੰ ਫਿਜ਼ੀਕਲੀ ਦਿਖਾਈ ਨਹੀਂ ਦਿੰਦੀ ਬਾਉਂਡਰੀ, ਉੱਥੇ ਅਸੀਂ ਇਨ ਯੂਜ਼ ਕਰਾਂਗੇ। ਜਿੱਥੇ ਸਾਨੂੰ ਫਿਜ਼ੀਕਲ ਬਾਉਂਡਰੀ ਦਿਖਾਈ ਦੇ ਰਹੀ ਆ, ਮੀਨਸ ਇਸ ਬੋਲ ਦੇ ਇਹ ਬਾਉਂਡਰੀ ਹੈ ਜੋ ਵੀ ਹੈ, ਬੋਲ ਗਲਾਸ ਬੋਲ ਹੈ ਅਗਰ, ਤਾਂ ਸਾਨੂੰ ਦਿਖਾਈ ਦੇ ਰਿਹਾ ਹੈ ਨਾ, ਤਾਂ ਇਸ ਤਰ੍ਹਾਂ ਦੀ ਬਾਉਂਡਰੀ ਦੇ ਵਿੱਚ ਜਿਹੜੀ ਚੀਜ਼ ਆ ਉਹਦੇ ਲਈ ਅਸੀਂ ਇਨਸਾਈਡ ਯੂਜ਼ ਕਰਾਂਗੇ, ਰਾਈਟ। ਦ ਫਿਸ਼ ਇਜ਼ ਇਨਸਾਈਡ ਦ ਬੋਲ। ਨੈਕਸਟ ਆਊਟਸਾਈਡ, ਐਂਟੋਨਿਮ ਆਫ ਇਨਸਾਈਡ ਇਜ਼ ਆਊਟਸਾਈਡ। ਡੌਗ ਇਜ਼ ਆਊਟਸਾਈਡ ਦ ਹਾਊਸ। ਹਾਊਸ ਦੀ ਵੀ ਬਾਉਂਡਰੀ, ਦੀਵਾਰ ਪੂਰੀ ਦਿਖ ਰਹੀ ਹੈ, ਕਲੀਅਰ ਆ, ਤਾਂ ਹਾਊਸ ਦੇ ਇਨਸਾਈਡ ਹੋਏਗਾ, ਹਾਊਸ ਤੋਂ ਬਾਹਰ ਆਊਟਸਾਈਡ ਹੋਏਗਾ। ਦੈਨ ਅਰਾਊਂਡ, ਅਰਾਊਂਡ ਆਪਾਂ ਯੂਜ਼ ਕਰਦੇ ਹਾਂ ਜਦੋਂ ਕਿਸੇ ਇੱਕ ਆਬਜੈਕਟ ਦੇ ਆਸ-ਪਾਸ ਸਾਰਾ ਏਰੀਆ ਕਵਰ ਕਰ ਰਹੇ ਆ ਕਿਸੇ ਚੀਜ਼ ਦੀ ਪੋਜੀਸ਼ਨ ਦੱਸਣ ਲਈ। ਇੱਥੇ ਕੀ ਹੈ, ਦ ਚੇਅਰਸ ਆਰ ਅਰਾਊਂਡ ਦ ਟੇਬਲ, ਮੀਨਸ ਚੇਅਰਸ ਚਾਰੋਂ ਪਾਸੇ ਆ ਨਾ ਟੇਬਲ ਦੇ, ਵੀ ਆਰ ਯੂਜ਼ਿੰਗ ਅਰਾਊਂਡ ਹੀਅਰ। ਆਈ ਹੋਪ ਇਹਨਾਂ ਸਾਰੀਆਂ ਪ੍ਰੈਪੋਜੀਸ਼ਨਸ ਦੀ ਯੂਜ਼ੇਜ ਤੁਹਾਨੂੰ ਸਮਝ ਆ ਗਈ ਆ। ਇੱਕ ਵਾਰੀ ਰਿਵਾਈਜ਼ ਕਰਦੇ ਆ ਇਹਨਾਂ ਨੂੰ। ਐਟ ਆਪਾਂ ਕਦੋਂ ਯੂਜ਼ ਕਰਦੇ ਆ? ਐਗਜ਼ੈਕਟ ਪੁਆਇੰਟ ਦੇ ਲਈ। ਇਨ ਯੂਜ਼ ਕਰਦੇ ਆ ਵੈਨ ਸਮਥਿੰਗ ਇਜ਼ ਇਨਸਾਈਡ, ਔਨ ਸਰਫੇਸ ਦੇ ਉੱਪਰ ਟੱਚ ਵੀ ਹੋਏ, ਅੰਡਰ ਡਾਇਰੈਕਟਲੀ ਬਿਲੋ ਆ, ਇਹ ਨਾ ਟੇਬਲ ਕਵਰ ਕਰ ਰਿਹਾ ਬॉल ਨੂੰ, ਇੱਥੇ ਇਹ ਧਿਆਨ ਰੱਖਣਾ। ਅੰਡਰ, ਅਬਵ, ਹਾਇਰ ਬਟ ਨੋ ਕੰਟੈਕਟ। ਓਵਰ, ਓਵਰ ਵੀ ਅਬਵ ਦੀ ਤਰ੍ਹਾਂ ਆ ਬਟ ਇਟ ਇਜ਼ ਕ੍ਰੋਸਿੰਗ ਫਰੋਮ one end to another. Behind, at the back, in front, before or facing, beside, next to, between two objects है तो between use करेंगे। among two तो ज़्यादा objects है तो surrounded by many है, so इस करके among use करेंगे। near जो एक object दूसरे दे close है। opposite, facing each other। inside, within the defined boundary, within the physical boundary, ਉਹਨੂੰ ਆਪਾਂ inside use ਕਰਾਂਗੇ। outside, that is not inside, means inside the antonym ਹੋ ਗਿਆ outside, and around is surrounding on every side, right? examples देखते हैं कुछ। first is she is at the bus stop। bus stop में ਤੁਹਾਨੂੰ ਦੱਸਿਆ ਸੀ ਨਾ, it is an exact location inside a larger area। तो ਕਿਸੇ larger area ਦਾ ਜਾਂ larger place ਦਾ ਕੋਈ part ਹੈ ਜਿਹੜਾ exact location ਹੈ, ਜਿਹੜੀ exact point ਹੈ ਜਿਹੜਾ, ਉਹਦੇ ਲਈ ਆਪਾਂ at use ਕਰਦੇ ਹਾਂ। then books are in the bag। bag ਜਿਹੜਾ ਆ ਇੱਕ well defined area ਆ ਉਹਦਾ, bag ਲਈ ਆਪਾਂ ਕੀ use ਕਰਾਂਗੇ? books are in the bag। the phone is on the table, that means the phone is touching the surface of table। the cat is under the chair, vertically below है cat। temperature is below zero, ਅਤੇ physically ਨਹੀਂ ਦਿਖਦਾ ਕਿ temperature zero ਤੋਂ ਥੱਲੇ ਆ ਪਿਆ ਹੋਇਆ ਕਿਤੇ, no, it is at the lower level of zero। तो level ਜਦੋਂ ਆਪਾਂ ਦੱਸਣਾ ਉਦੋਂ below use ਕਰਾਂਗੇ। the treasure lay beneath the ground। beneath, under here, but more specific formal usage and specifically hidden ਚੀਜ਼ਾਂ ਦੇ ਲਈ ਆਪਾਂ beneath use ਕਰ ਲੈਂਦੇ ਆ। a fan is above my head। above ਆਪਾਂ ਕਦੋਂ use ਕਰਦੇ ਆ? ਜਦੋਂ higher level ਹੋਵੇ ਔਰ direct contact ਨਾ ਹੋਵੇ objects ਵਿੱਚ। a bridge passes over the river from one end to another। the bridge passes over the river। ਹੁਣ ਦੇਖੋ ਇੱਥੇ bridge passes over ਦਾ ਮਤਲਬ ਇਹ ਨਹੀਂ ਕਿ bridge move ਕਰ ਰਿਹਾ ਹੈ, no, ਇਹ position ਦੱਸ ਰਿਹਾ bridge ਦੀ over a river from one side to another, placed above the river। means ਜਿਹੜਾ place ਆ river bridge ਦਾ, ਉਹ river ਤੋਂ ਉੱਪਰ ਆ, from one end to another ਆ, and ਆਪਾਂ over use ਕਰ ਰਹੇ ਹਾਂ। the school is behind the hospital। behind is at the back of something। the car is parked in front of the house। behind the antonym in front of। she sat beside her friend।
beside, next to. The bank is between two shops. Two shops है तो between. She was standing among the crowd. जिथे two objects है between, जिथे crowd है ज़्यादा है उथे among. The temple is near my house, means close to. The bank is opposite the post office. Again I'm repeating, opposite तो बाद कोई और preposition नहीं लगानी. The bank is opposite the post office. The children are inside the classroom. Classroom दी boundary सानू दिखाई दे रही है, physical boundary है, clearly दिख रही है, तो inside. They are waiting outside the gate. Gate तो बाहर, gate दी boundary तो बाहर. There are trees around the lake. हुण देखो lake दा एक area आ, ਇਹਦੇ ਚਾਰੋਂ साइड अगर trees ਆ तो ਆਪਾਂ ਕੀ ਕਵਾਂਗੇ? Around the lake. Next, prepositions of time. So prepositions of time tell us when something happened. ਉਹਦੇ ਲਈ ਆਪਾਂ ਕੀ use ਕਰਦੇ ਹਾਂ? Prepositions of time. Different prepositions time show ਕਰਨ ਦੇ ਲਈ ਕਿਸ ਤਰ੍ਹਾਂ use ਹੁੰਦੀਆਂ ਆ? Let's see that. First is at. ਹੁਣ at place ਦੇ ਲਈ ਵੀ use ਹੁੰਦੀ ਹੈ, time ਦੇ ਲਈ ਵੀ use ਹੁੰਦੀ ਹੈ. Okay? We use at for specific time. ਜਦੋਂ ਤੁਸੀਂ specific time ਦੱਸਣਾ ਨਾ, exact time, ਉੱਥੇ ਦੇਖੋ exact position ਸੀਗੀ, exact place ਸੀ, ਇੱਥੇ exact time ਹੈ. Exact time ਹੁਣ ਕੀ ਹੁੰਦਾ ਆ? At 10:15 AM, at 7:30 PM, ਇਹ exact times ਹੈਗੇ ਆ. So the meeting is at 10:15 AM. The movie starts at 7:30 PM. Next, on. On ਨੂੰ ਤੁਸੀਂ consider ਕਰੋ ਇੱਕ page of calendar, not whole calendar, only a page of it. Means day or date. ਜਦੋਂ ਆਪਾਂ ਕਿਸੇ ਦਾ day or date ਦੱਸਣਾ, ਆਪਾਂ ਕੀ use ਕਰਾਂਗੇ? On. My birthday is on May 5. The party is on Saturday. Next, in. In use ਹੁੰਦਾ months ਦੇ ਲਈ, years ਦੇ ਲਈ, season ਦੇ ਲਈ, ਜਾਂ ਫਿਰ part of day ਦੇ ਲਈ. Full month ਹੈ July, in use ਕਰਾਂਗੇ. Spring ਇੱਕ season ਆ, in use ਕਰਾਂਗੇ. Winter ਆ, in use ਕਰਾਂਗੇ. We will go on vacation in July. I was born in 1998. ਹੁਣ whole year ਆ, तो ਇਸ ਕਰਕੇ ਆਪਾਂ in use ਕਰਦੇ ਆ. Next, before. We use before to talk about an earlier time. ਕਿਸੇ exact time ਤੋਂ ਪਹਿਲੇ ਵਾਲੀ ਜਿਹੜੀ ਗੱਲ ਦੱਸਣੀ ਆ, ਉਹਦੇ ਲਈ ਆਪਾਂ before use ਕਰਦੇ ਆ. I finish my homework before dinner. Dinner ਇੱਕ exact point ਆ, ਜਦੋਂ ਤੋਂ ਪਹਿਲੇ ਹੋਣ ਵਾਲਾ ਕੰਮ ਕੀ ਹੈ? Before. I finish my homework before dinner. Please call me before 9 PM. Means this is the point. ਇਸ ਤੋਂ ਪਹਿਲੇ ਹੋਣ ਵਾਲਾ ਕੰਮ, ਇਹਨੂੰ show ਕਰਨ ਦੇ ਲਈ use ਕਰਾਂਗੇ before. Next, after. We use after to talk about a later time, before the antonym. I will go for a walk after I finish my work. Finish my work एक चीज हो गई. Walk is the action. तो after, I will go for a walk after I finish my work. Come after the meeting. Meeting और meeting तो बाद, ठीक है? ਜਦੋਂ ਆਪਾਂ later ਦਾ ਕੋਈ ਐਕਸ਼ਨ ਦੱਸਣਾ ਆ ਤਾਂ ਆਪਾਂ after preposition use ਕਰਦੇ ਆ. Next, during. We use during for a period of time. ਕੋਈ point ਨਹੀਂ ਹੈ ਇੱਥੇ time ਦਾ, ਇੱਥੇ period ਆ. Means ਇੱਕ starting point ਆ and then ਇੱਕ end point ਆ. ਉਹਦੇ ਵਿੱਚ ਜਿਹੜਾ time period ਆ ਉਹਨੂੰ ਦੱਸਣ ਲਈ ਆਪਾਂ during use ਕਰਾਂਗੇ. We stayed quiet during the movie. तो मूवी का स्टार्ट पॉइंट या एंड पॉइंट या विच वाला टाइम जो ਉਹਦੇ ਲਈ ड्यूरिंग यूज करांगे. ही स्लेप्ट ड्यूरिंग द फ्लाइट. ਹੁਣ फ्लाइट ਦਾ ਇੱਕ ਸਟਾਰਟਿੰਗ ਪੁਆਇੰਟ ਵੀ ਆ, ਇੱਕ ਐਂਡ ਪੁਆਇੰਟ ਵੀ ਆ, ਔਰ ਇਸ ਟਾਈਮ ਪੀਰੀਅਡ ਦੇ ਦੌਰਾਨ ਜਿਹੜਾ ਐਕਸ਼ਨ ਹੋਇਆ ਮੀਨਸ ਸਲੀਪਿੰਗ ਵਾਲਾ ਐਕਸ਼ਨ ਹੋਇਆ, ਉਹਦੇ ਲਈ ਆਪਾਂ ਯੂਜ਼ ਕਰ ਲਿਆ ड्यूरिंग. ਸਿੰਸ. ਵੀ ਯੂਜ਼ ਸਿੰਸ from a starting point in the past till now. ਦੇਖੋ ਪਾਸਟ ਦੇ ਵਿੱਚ ਇੱਕ ਪੁਆਇੰਟ ਆ, ਉਹਦੇ ਤੋਂ ਲੈ ਕੇ ਹੁਣ ਤੱਕ ਦਾ ਅਗਰ ਤੁਸੀਂ ਕੁਝ ਦੱਸਣਾ ਆ तो ਉਹਦੇ ਲਈ since use ਕਰੋਗੇ. I have lived here since 2010. ਹੁਣ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ, ਇੱਥੇ ਦੇਖੋ ਆਪਾਂ in 1998 ਜਦੋਂ ਆਪਾਂ ਪੂਰੇ ਈਅਰ ਦੀ ਗੱਲ ਕਰ ਰਹੇ ਹਾਂ, ਠੀਕ ਹੈ? ਇੱਥੇ ਆਪਾਂ ਈਅਰ ਨੂੰ ਇੱਕ ਪੁਆਇੰਟ ਕੰਸੀਡਰ ਕਰ ਰਹੇ ਹਾਂ. तो I have lived here since 2010. It has been raining since morning. Morning is a point of time and since ਇਸ point ਤੋਂ start ਹੋ ਰਿਹਾ until now. Then for. For ਆਪਾਂ यूज करते हैं length of time ਦੇ ਲਈ. ਜਿਸ ਤਰ੍ਹਾਂ since ਜਿਹੜਾ ਆ ਉਹ starting point ਹੁੰਦਾ ਆ, for ਜਿਹੜਾ ਆ ਉਹ ਪੂਰੇ ਦਾ ਪੂਰਾ duration ਆ, ਪੂਰੀ ਦੀ ਪੂਰੀ, ਠੀਕ ਹੈ? I studied for 2 hours. We waited for 30 minutes. Length ਹੋ ਗਈ ਨਾ 2 hours. ਹੁਣ ਇਹ 2 hours ਕਦੋਂ ਸ਼ੁਰੂ ਹੋਏ ਕਦੋਂ ਖਤਮ ਹੋਏ?
doesn't matter। ਇਸੇ ਤਰ੍ਹਾਂ 30 ਮਿੰਟਸ ਕਦੋਂ ਸ਼ੁਰੂ ਹੋਏ ਕਦੋਂ ਖਤਮ ਹੋਏ doesn't matter। ਪਰ since ਦੱਸਣ ਲਈ ਸਾਨੂੰ ਸਟਾਰਟਿੰਗ ਪੁਆਇੰਟ ਦੱਸਣਾ ਜ਼ਰੂਰੀ ਹੁੰਦਾ ਆ। for ਉਦੋਂ ਲੱਗਦਾ ਜਦੋਂ ਅਸੀਂ ਲੈਂਥ ਆਫ ਟਾਈਮ ਦੱਸਣੀ ਹੈ। ਨੈਕਸਟ ਇਜ਼ ਬਾਏ। ਬਾਏ ਦੇ ਲਈ ਇੱਕ ਗੱਲ ਯਾਦ ਰੱਖਣੀ ਆ, ਬਾਏ ਨੂੰ ਤੁਸੀਂ ਇੱਕ ਡੈਡਲਾਈਨ ਦੀ ਤਰ੍ਹਾਂ ਦੇਖੋ। ਮੀਨਸ ਇੱਥੇ ਤੱਕ ਜੋ ਵੀ ਕਰਨਾ ਇੱਥੇ ਤੱਕ, ਮੀਨਸ ਇੱਥੇ ਵੀ ਕਰ ਸਕਦੇ ਇੱਥੇ ਵੀ ਕਰ ਸਕਦੇ ਆ, ਬਟ ਨੋਟ ਬਿਯੋਂਡ ਦਿਸ। ਇਸ ਲਾਈਨ ਤੋਂ ਬਿਯੋਂਡ ਨਹੀਂ ਜਾ ਸਕਦੇ। ਦਿਸ ਇਜ਼ ਦ ਡੈਡਲਾइन। we use by to say no later than a time, इस time तो late नहीं, right? by 5 pm means by 5 pm तो 5 pm तो बाद नहीं, उस तो पहले पहले कर सकते हो। submit the report by Friday means either on Wednesday, Thursday or on Friday but not on Saturday। be home by 8 o'clock। be home means घर होना कदों तक 8 बजे तक घर होना, जो कहते हैं ना कोई 8 बजे तक घर होना। ओके सो ये जी डेडलाइन मिलती है ਇਹਦੇ ਲਈ ਆਪਾਂ ਬਾਈ ਯੂਜ਼ ਕਰਦੇ ਹਾਂ। be home by 8 o'clock not later than that। then until till we use until or till, ਇਹਨਾਂ ਦੋਨਾਂ ਦਾ ਸੇਮ ਹੀ ਮੀਨਿੰਗ ਹੁੰਦਾ ਆ। up to a time ਕੋਈ ਪ੍ਰੋਸੈਸ ਹੋ ਰਿਹਾ ਆ, ਉਹ ਕਿਸ ਪੁਆਇੰਟ ਤੱਕ ਹੋ ਰਿਹਾ ਆ, ਉਹਦੇ ਲਈ ਆਪਾਂ until or till ਯੂਜ਼ ਕਰਦੇ ਹਾਂ। I will wait for you until 6 pm। I mean wait ਵਾਲਾ ਟਾਈਮ ਚੱਲ ਰਿਹਾ ਚੱਲਦੇ ਕਿੱਥੇ ਤੱਕ ਚੱਲ ਰਿਹਾ 6 pm ਤੱਕ। the shop is open till 9 pm means shop is open ਕਿੱਥੇ ਤੱਕ open ਆ 9 pm ਤੱਕ। ਇੱਥੇ action happens once means be home ਘਰ ਪਹੁੰਚ ਜਾਣਾ ਤੁਸੀਂ। ਇਹ ਨਹੀਂ ਕਿ ਘਰ ਤੁਸੀਂ 6 ਵਜੇ ਵੀ ਪਹੁੰਚ ਰਹੇ 7 ਵਜੇ ਵੀ ਪਹੁੰਚ ਰਹੇ 8 ਵਜੇ ਤੋਂ ਪਹਿਲੇ ਕਦੀ ਵੀ ਪਹੁੰਚ ਰਹੇ। you reach home once, action happens once। ਪਰ ਇੱਥੇ action ਨਹੀਂ ਹੈ, ਇੱਥੇ state ਆ। state is continuing for a period of time and that time period has a limit। ਉਹ ਜਿਹੜੀ ਲਿਮਿਟ ਆ ਉਹਨੂੰ ਦੱਸਣ ਲਈ ਆਪਾਂ until use ਕਰਦੇ ਹਾਂ। next within, we use within for a period of time। ਇਹ period of time ਦੇ ਲਈ use ਹੁੰਦਾ ਆ। please reply within 3 days means time period ਦੇਤਾ within ਇਹਦੇ ਵਿੱਚ। the work will be done within a week, a week ਦੇ ਵਿੱਚ। week ਖਤਮ ਹੋਣ ਤੋਂ ਪਹਿਲੇ ਵੀ ਹੋ ਸਕਦਾ but within a week means ਇਸ week ਦੇ ਵਿੱਚ। throughout, we use throughout for a whole period। whole period means ਹੁਣ ਅਗਰ day ਆ ਇੱਕ period, ਉਹਦੇ ਵਿੱਚ ਤੁਸੀਂ day ਦੀ morning ਵੀ consider ਕਰੋਗੇ, afternoon ਵੀ, evening ਵੀ, night ਵੀ, right? he was busy throughout the day means for whole day। the light stayed on throughout the night। light on say throughout the night for the whole night। then from, we use from to talk about starting point of a time period, ਕਿਸੇ time period ਦੇ starting ਲਈ। from Monday to Friday, I will be on leave from Monday। the course starts from June। ਜਦੋਂ ਆਪਾਂ ਡੇ ਨੂੰ ਜਾਂ ਮੰਥ ਨੂੰ ਇੱਕ ਪੁਆਇੰਟ ਕੰਸੀਡਰ ਕਰ ਰਹੇ ਹਾਂ ਤਾਂ ਆਪਾਂ from ਯੂਜ਼ ਕਰਦੇ ਹਾਂ, ਠੀਕ ਹੈ। ਅਦਰਵਾਈਜ਼ on Monday, ਕਿਸੇ ਪਰਟੀਕੂਲਰ ਚੀਜ਼ ਦੇ ਲਈ ਅਗਰ ਆਪਾਂ ਮੰਡੇ ਨੂੰ ਐਜ਼ ਅ ਡੇ ਕੰਸੀਡਰ ਕਰਨਾ ਤਾਂ ਫਿਰ on ਯੂਜ਼ ਕਰਾਂਗੇ। ਪਰ ਅਗਰ ਕੋਈ ਚੀਜ਼ ਸਟਾਰਟ ਹੋ ਰਹੀ ਆ and Monday is that starting point ਤਾਂ ਫਿਰ ਆਪਾਂ from ਯੂਜ਼ ਕਰਾਂਗੇ। 2, we used to talk about the end point of the time period। from देखो अगर starting point है तो 2 the end point है। exhibition is open from 1 June to 15 June। it will take 2 hours from start to finish। start to finish, ठीक है। और from the 2 most of the time इकट्ठे use ਹੁੰਦੇ ਆ time ਦੇ context ਵਿੱਚ। I hope prepositions of time ਤੁਹਾਨੂੰ clear ਆ। ਇੱਕ ਵਾਰੀ ਰਿਵਾਈਜ਼ ਕਰੋ ਇਹਨਾਂ ਨੂੰ। ਦੇਖੋ ਪਲੇਸ ਤੇ ਟਾਈਮ ਦੀਆਂ ਪ੍ਰੈਪੋਜੀਸ਼ਨਸ ਥੋੜੀਆਂ ਜ਼ਿਆਦਾ ਆ, ਇਹਨਾਂ ਨੂੰ ਥੋੜਾ ਬਾਰ-ਬਾਰ ਰਿਵਾਈਜ਼ ਕਰੋਗੇ ਈਜ਼ੀਲੀ ਮਾਈਂਡ 'ਚ ਫਿੱਟ ਹੋ ਜਾਣਗੇ। तो ਕੀ ਦੇਖਿਆ ਆਪਾਂ ਹੁਣੇ ਐਟ ਸਪੈਸੀਫਿਕ ਪੁਆਇੰਟ ਦੇ ਲਈ ਹੁੰਦਾ ਆ, ਐਟ PM, ਐਟ ਨੂਨ, ਐਟ ਮਿਡਨਾਈਟ, ਐਟ ਸਨਰਾਈਜ਼, ਇਹ ਸਾਰੇ ਪੁਆਇੰਟ ਆਫ ਟਾਈਮ ਆ। ਦੈਨ ਔਨ ਡੇ ਜਾਂ ਫਿਰ ਡੇਟ ਦੇ ਲਈ ਮੰਡੇ, 15 ਅਗਸਤ, ਹੌਲੀਡੇ, ਮਾਈ ਬਰਥਡੇ, ਇਹਨਾਂ ਸਭ ਦੇ ਲਈ ਔਨ। ਇਨ ਇਜ਼ ਯੂਜ਼ ਫॉर a period of time, थोड़ा longer period है जड़ा उधर लिए in use ਹੁੰਦਾ in July, in 2026, in summer, in the morning। then before, earlier than something, before dinner, before 8 am, before the exam। after, opposite है before the, later than, after lunch, after 5 pm, after the meeting। during use करते हैं within the time of, कोई specific time दे during, इस तरह दा event time period ਜਿਹਦਾ starting ਤੇ end point defined ਆ। during the movie, during the lesson, during the match। next since, from the time something started, ਜਦੋਂ ਕੋਈ ਚੀਜ਼ start ਹੁੰਦੀ ਆ ਕਿਸੇ point ਤੋਂ।
since 2020, since Monday, since morning. How long something lasts, ਕਿਸੇ ਚੀਜ਼ ਦੇ ਹੋਣ ਦਾ ਜਿਹੜਾ ਟਾਈਮ ਪੀਰੀਅਡ ਆ, ਲੈਂਥ ਆਫ ਟਾਈਮ ਆ, ਉਹਨੂੰ ਦੱਸਣ ਲਈ ਆਪਾਂ ਫॉर ਦੱਸਦੇ ਫॉर ਯੂਜ਼ ਕਰਦੇ ਆ। for 5 years, for 2 years, for a week. Next, by deadline ਦੇ ਲਈ ਆ ਬਈ, not later than, by Friday, by tomorrow, by 5 p.m. Next, until or till, up to a particular time, ਕਿਸੇ particular time ਤੱਕ, until evening, till 9 p.m, till midnight or until midnight. Then within, before the time limits end, within 24 hours, within a week, within 2 days. Now see, 24 hours, a week, 2 days, a period of time, throughout, during the whole period, throughout the day, throughout the year, throughout the night. ਇੱਥੇ ਵੀ time period ਦੀ ਗੱਲ ਹੋ ਰਹੀ ਜਦੋਂ ਆਪਾਂ throughout, ਪਰ throughout ਦੇ ਵਿੱਚ ਕੀ ਆ, whole period cover ਹੋਏਗਾ। from starting point ਆ, ਕਿਸੇ ਵੀ time ਨੂੰ ਜਦੋਂ ਅਸੀਂ starting point consider ਕਰਦੇ ਆ, Monday 9 AM July, ਇਹਨਾਂ ਲਈ from use ਕਰਾਂਗੇ, ਔਰ ਜਿਹੜਾ ending point ਆ ਉਹਦੇ ਲਈ to use ਹੋਏਗਾ। ਦੇਖੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਯਾਦ ਰੱਖ ਸਕਦੇ ਕਿ exact point ਆ ਤਾਂ at, day ਆ, on, period, in, before ਤੋਂ ਕਿਸੇ ਚੀਜ਼ ਤੋਂ ਪਹਿਲੇ ਆ, after ਕਿਸੇ ਚੀਜ਼ ਤੋਂ ਬਾਅਦ ਆ, duration ਦੇ ਲਈ for and since, starting point since, for, duration ਦੀ length, right? Next, examples ਦੇਖਦੇ ਆ prepositions of time ਦੀਆਂ। The class starts at 9 AM, ਹੁਣ exact point of time ਆ। We have, ਹੁਣ ਜਿਸ ਤਰ੍ਹਾਂ ਮੈਂ ਇਹ ਵਾਲੀਆਂ ਐਗਜ਼ਾਮਪਲਸ ਰੀਡ ਕਰੋਗੇ ਨਾ, ਤੁਸੀਂ ਜੋ ਕਨਸੈਪਟ ਹੁਣੇ ਪੜ੍ਹਿਆ ਉਹਨੂੰ ਨਾ ਨਾਲ ਦੇ ਨਾਲ ਆਪਣੇ ਮਾਈਂਡ 'ਚ ਰਿਵਾਈਜ਼ ਕਰ ਸਕਦੇ ਆ। ਤੁਹਾਨੂੰ ਸਮਝ ਆਉਣਾ ਚਾਹੀਦਾ ਕਿ ਇੱਥੇ ਕੋਈ ਚੀਜ਼ ਕਿਉਂ ਯੂਜ਼, ਇੱਥੇ ਕੋਈ ਪ੍ਰੈਪੋਜੀਸ਼ਨ ਕਿਉਂ ਯੂਜ਼ ਹੋ ਰਹੀ ਆ। We have a holiday on Monday, Monday specific day. She was born in 2002, year है ना। Finish your homework before dinner. We went for a walk after lunch. Don't talk during the lecture. I have lived here since 2018. देखो इत्थे भी एक ईयर आ, इत्थे भी एक ईयर आ, पर तुहानूं ये डिफरेंस समझ आना चाहिए कि इत्थे in यूज हो रहा, इत्थे since यूज हो रहा, क्योंकि एक स्टार्टिंग पॉइंट आ, इत्थे गल हो रही है होल ईयर दी। ईयर दे विच एक एग्जैक्ट पॉइंट की बर्थ ऑफ समवन। नेक्स्ट, she has been waiting for 2 hours. for कादे लई आया बई, ड्यूरेशन ਦੇ ਲਈ, length of time ਦੇ ਲਈ। submit the form by Friday, deadline, wait until evening, ਪੂਰਾ event ਆ, state ਆ, ਇੱਕ specific point ਤੱਕ। by ਤੇ until 'ਚ ਫਰਕ ਇਹ ਆ, by happens once only, ਇੱਕ ਵਾਰੀ ਐਕਸ਼ਨ ਹੋਏਗਾ। ਹੁਣ ਐਕਸ਼ਨ ਤੁਸੀਂ ਇੱਕ ਵਾਰੀ ਕਰਨਾ, ਫਰਾਈਡੇ ਤੋਂ ਪਹਿਲੇ ਕਦੇ ਵੀ ਕਰਦੇ ਹੋ, ਪਰ until ਜਿਹੜਾ ਆ, a state is continuing, that action is happening, continue ਹੋ ਰਿਹਾ, ਕਦੋਂ ਤੱਕ, ਇੱਕ specific point ਤੱਕ। okay, so finish the work within 2 days, length of time है इत्थे भी एक। it rained throughout the night, सारा time period ही वो action ਹੁੰਦਾ ਰਹਿੰਦਾ ਹੈ, तो ਉਹਨੂੰ ਆਪਾਂ throughout ਬੋਲਾਂਗੇ। the office is open from 9 AM, the shop is open from 9 AM to 6 PM. next, prepositions of direction. these prepositions show the direction or destination of movement. देखो इस तो बाद ना prepositions of movement भी करनियां है ਆਪਾਂ। मूवमेंट और डायरैक्शन वालियां ਜਿਹੜੀਆਂ ਪ੍ਰੈਪੋਜੀਸ਼ਨਸ ਆ ਉਹ ਕਾਫੀ ਸਿਮਿਲਰ ਲੱਗਦੀਆਂ ਆ, ਕਿਉਂਕਿ ਹੁੰਦੀਆਂ ਹੀ ਐਕਚੁਅਲੀ ਸੇਮ ਹੀ ਹੁੰਦੀਆਂ ਆ। ਇੱਕ ਦੇ ਵਿੱਚ ਆਪਾਂ ਡੈਸਟੀਨੇਸ਼ਨ ਨੂੰ ਫੋਕਸ ਕਰਦੇ ਆ, ਇੱਕ ਦੇ ਵਿੱਚ ਆਪਾਂ ਮੂਵਮੈਂਟ ਨੂੰ ਫੋਕਸ ਕਰਦੇ ਆ। ਪਹਿਲੇ ਡਾਇਰੈਕਸ਼ਨ ਵਾਲੀਆਂ ਦੇਖਦੇ ਆ। ਜਦੋਂ ਆਪਾਂ ਇੱਕ ਡਾਇਰੈਕਸ਼ਨ ਬਾਰੇ ਦੱਸਣਾ ਆ, ਮੂਵਮੈਂਟ ਦੀ ਡੈਸਟੀਨੇਸ਼ਨ ਬਾਰੇ ਦੱਸਣਾ ਆ, ਵੇਅਰ ਸਮਵਨ ਇਜ਼ ਗੋਇੰਗ, ਫੋਕਸ ਕਿੱਥੇ ਹੁੰਦਾ, ਐਂਡ ਪੁਆਇੰਟ ਤੇ। ਫਸਟ ਪ੍ਰੈਪੋਜੀਸ਼ਨ ਇੱਥੇ ਕਿਹੜੀ ਆ, ਟੂ, ਮੂਵਮੈਂਟ towards a specific place. She is going to school. When someone is moving from one point towards some another point, ਹੁਣ ਦੇਖੋ point ਜਿਹੜਾ ਹੈ ਨਾ ਇੱਥੇ ਉਹਦੇ ਤੇ ਫੋਕਸ ਆ, means school, action going to school, movement towards a specific place, ਉਹਦੇ ਲਈ ਆਪਾਂ ਕੀ ਕਰਾਂਗੇ, to use ਕਰਾਂਗੇ। next, towards. now towards show the movement in the direction of something, ਕਿਸੇ ਚੀਜ਼ ਦੀ ਡਾਇਰੈਕਸ਼ਨ ਵੱਲ ਜਾਣਾ। ਇਟ ਮੀਨਸ ਜਿਹੜੀ ਮੂਵਮੈਂਟ ਆ ਇੱਕ ਸਪੈਸੀਫਿਕ ਡਾਇਰੈਕਸ਼ਨ ਵੱਲ ਹੈਗੀ ਆ। ਓਕੇ, ਔਰ ਜਿਸ ਥਿੰਗ ਦਾ ਰੈਫਰੈਂਸ ਦਿੱਤਾ ਜਾ ਰਿਹਾ, ਜਿਸ ਤਰ੍ਹਾਂ ਪਾਰਕ ਦਾ ਰੈਫਰੈਂਸ ਦਿੱਤਾ ਜਾ ਰਿਹਾ, ਇਹ ਜ਼ਰੂਰੀ ਨਹੀਂ ਕਿ ਡੈਸਟੀਨੇਸ਼ਨ ਪਾਰਕ ਹੀ ਹੋਵੇ। ਓਕੇ, ਜਿਸ ਤਰ੍ਹਾਂ ਟੂ ਦੇ ਵਿੱਚ ਡੈਸਟੀਨੇਸ਼ਨ ਸਕੂਲ ਸੀਗੀ ਨਾ, ਮੂਵਮੈਂਟ ਫਰਮ ਵਨ ਪੁਆਇੰਟ ਟੂ ਅਨਦਰ, ਸਟਾਰਟਿੰਗ ਪੁਆਇੰਟ ਐਂਡ ਐਂਡ ਪੁਆਇੰਟ। ਟੂ ਤੋਂ ਬਾਅਦ ਜਿਹੜਾ ਐਂਡ ਪੁਆਇੰਟ ਸ਼ੋ ਕੀਤਾ ਜਾਂਦਾ, ਮੀਨਸ ਉਹਨੇ ਸਕੂਲ ਤੱਕ ਹੀ ਜਾਣਾ ਆ। ਬਟ ਟੂਵਰਡਸ ਦੇ ਕੇਸ ਦੇ ਵਿੱਚ ਜ਼ਰੂਰੀ ਨਹੀਂ ਡੈਸਟੀਨੇਸ਼ਨ ਪਾਰਕ ਹੀ ਹੋਵੇ, ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ, ਬਟ ਹੇਅਰ ਓਨਲੀ
direction of movement is considered. He walked towards the park. Then into ਆਪਾਂ use ਕਰਦੇ ਹਾਂ ਜਦੋਂ movement show ਕਰਨੀ ਹੋਵੇ outside to inside a place. ਹੁਣ room ਹੈ ਜਿਹੜਾ ਇਹ inside ਹੋਏਗਾ, ਇਹ ਤੁਸੀਂ ਪਹਿਲੇ place ਵਾਲੇ ਉਹਦੇ ਵਿੱਚ ਦੇਖ ਆਏ ਆ। ਇਹਨੂੰ inside ਕਿਉਂ ਕਹਾਂਗੇ ਕਿਉਂਕਿ well defined ਇਹਦੀਆਂ ਫਿਜ਼ੀਕਲ ਬਾਉਂਡਰੀਜ਼ ਸਾਨੂੰ ਦਿਖ ਰਹੀਆਂ ਆ। ਹੀ ਵੈਂਟ ਇਨਟੂ ਦ ਰੂਮ, ਇਨਟੂ ਯੂਜ਼ ਕਰਦੇ ਆ ਜਦੋਂ ਫਰੋਮ ਵਨ ਪੁਆਇੰਟ ਇਨਟੂ ਸਮ ਪਲੇਸ। ਹੀ ਵੈਂਟ ਇਨਟੂ ਦ ਰੂਮ। onto a movement to a surface, ਸਰਫੇਸ ਦੇ ਉੱਪਰ ਮੂਵ ਕਰਨਾ, ਇੱਥੋਂ ਲੈ ਕੇ ਇੱਥੇ ਤੱਕ ਮੂਵ ਕਰਨਾ। he climbed onto the table, on surface ਤੇ ਹੋ ਗਿਆ ਨਾ, to from here to here, ਜਿਸ ਤਰ੍ਹਾਂ ਇਹ to ਹੈ ਤਾਂ onto from here to surface of this table। up to, movement to a place or person, ਕਿਸੇ person ਜਾਂ place ਤੱਕ ਜਾਣਾ। he went up to the teacher। toward, same as towards, ਬਸ ਇਹ ਅਮਰੀਕਨ ਇੰਗਲਿਸ਼ ਵਿੱਚ ਆਪਾਂ towards ਨੂੰ toward ਲਿਖਦੇ ਆ। he walked toward the library, ਔਰ toward ਦਾ meaning ਤੁਹਾਨੂੰ ਪਤਾ ਹੀ ਹੈ ਕਿਸੇ direction ਵੱਲ ਜਾਣਾ। ਹੁਣ library ਉਹਦੀ destination ਹੈ ਜਾਂ ਨਹੀਂ ਹੈ, not sure, but he is moving toward the library। he walked toward the library, ਇੱਥੇ tense ਹੋ ਰਿਹਾ simple। next, out of। out of is opposite of into, movement from inside to outside। he came out of the building, building एक place है, ਉਹਦੇ ਤੋਂ ਬਾਹਰ ਆਉਣਾ, out of the building। next, away from, movement in the opposite direction from something, ਕਿਸੇ ਚੀਜ਼ ਵੱਲ ਜਾਣਾ towards, ਕਿਸੇ ਚੀਜ਼ ਤੋਂ ਉਲਟ ਦਿਸ਼ਾ ਵੱਲ ਜਾਣਾ away from। he ran away from the street light। next, across, movement from one side to other side। he walked across the road, road ਦੇ ਇੱਕ ਸਾਈਡ ਤੋਂ ਦੂਸਰੇ ਸਾਈਡ ਤੱਕ walk ਕਰਨਾ, ਦੂਸਰੇ end ਤੱਕ ਜਾਣਾ, we'll use across। ਦੇਖੋ ਡਾਇਰੈਕਸ਼ਨ ਵਰਸਸ ਮੂਵਮੈਂਟ ਹੈ ਨਾ ਜਿਹੜਾ, ਇਹਨਾਂ ਦਾ ਕੰਪੈਰੀਜ਼ਨ ਆਪਾਂ ਮੂਵਮੈਂਟ ਤੋਂ ਬਾਅਦ ਵੀ ਕਰੀ ਵੈਸੇ ਦੇਖਾਂਗੇ। ਕੀ ਹੈ ਕਿ ਡਾਇਰੈਕਸ਼ਨ ਟੈਲਸ ਵੇਅਰ ਸਮਵਨ ਇਜ਼ ਗੋਇੰਗ, ਮੂਵਮੈਂਟ ਹਾਊ ਸਮਵਨ ਮੂਵਸ। ਇਹਦਾ ਫੋਕਸ ਡੈਸਟੀਨੇਸ਼ਨ ਤੇ ਆ, ਇਹਦਾ ਪਾਥ ਔਰ ਰੂਟ ਤੇ ਆ। ਸ਼ੀ ਵੈਂਟ ਟੂ ਦ ਸਕੂਲ, ਸ਼ੀ ਵਾਕਡ ਥਰੂ ਦ ਪਾਰਕ। ਓਕੇ, ਪ੍ਰੈਪੋਜੀਸ਼ਨ ਆਫ ਮੂਵਮੈਂਟ ਦੇਖਣ ਤੋਂ ਪਹਿਲੇ ਕੁਝ ਐਗਜ਼ਾਮਪਲਸ ਦੇਖਦੇ ਆ ਪ੍ਰੈਪੋਜੀਸ਼ਨ ਆਫ ਡਾਇਰੈਕਸ਼ਨ ਦੀਆਂ। ਸ਼ੀ ਵੈਂਟ ਟੂ ਸਕੂਲ, ਹੀ ਵਾਕਡ ਟੂਵਰਡਸ ਮੀ, the boy jumped into the pool, the cat climbed onto the roof, she came from Delhi, we left for Mumbai, the bird flew out of the cage, he fell off the bicycle, she ran up the stairs, they walked down the hill, he drove past the hospital। मतलब ਅੱਗੇ ਦੀ ਲੰਘ ਜਾਣਾ, past ਕਰਨਾ ਕਿਸੇ ਚੀਜ਼ ਨੂੰ, ਕਿਸੇ ਚੀਜ਼ ਦੇ ਅੱਗੇ ਦੀ ਲੰਘ ਜਾਣਾ। Next is prepositions of movement. So these prepositions show how someone or something moves from one place to another. So how is someone moving? Focus on the path of movement. ਜਿਸ ਤਰ੍ਹਾਂ direction ਦੇ ਵਿੱਚ destination ਤੇ focus ਸੀ, ਇੱਥੇ path ਤੇ ਸਾਡਾ focus ਰਹੇਗਾ। First is into। ਦੇਖੋ prepositions same ਆ direction ਵਾਲੀਆਂ, ਬਸ ਉਹਨਾਂ ਨੂੰ ਦੇਖਣ ਦਾ ਇੱਕ ਤਰੀਕੇ ਨਾਲ ਨਜ਼ਰੀਆ ਅਲੱਗ ਆ, ਠੀਕ ਹੈ। the movement from outside to inside place ਆਪਾਂ into use ਕਰਦੇ ਆ। he walked into the room, ਇੱਥੇ ਹੁਣ walking ਆ, into ਆ, from here inside something ਆਪਾਂ ਕੀ use ਕਰ ਰਹੇ ਆ, into। ਜਦੋਂ ਤੁਸੀਂ into ਦੇਖਦੇ ਆ ਕਿਤੇ ਵੀ, ਤੁਸੀਂ ਉਹਨੂੰ as a direction ਦੇਖੋ, as a movement ਦੇਖੋ, it's up to you। okay, main ਜਿਹੜੇ ਪੁਆਇੰਟ ਦੀ ਗੱਲ ਆ ਉਹ ਸਮਝ ਆਉਣੀ ਚਾਹੀਦੀ ਹੈ। ਔਰ ਪੁਆਇੰਟ ਦੀ ਇੱਥੇ ਗੱਲ ਕੀ ਆ ਕਿ ਇਨਟੂ ਅਸੀਂ ਉਦੋਂ ਯੂਜ਼ ਕਰਾਂਗੇ ਜਦੋਂ ਮੂਵਮੈਂਟ ਹੁੰਦੀ ਆ ਆਊਟਸਾਈਡ ਟੂ ਇਨਸਾਈਡ ਅ ਪਲੇਸ। ਦੈਨ ਆਊਟ ਆਫ ਕੀ ਆ, ਆਪੋਜ਼ਿਟ ਆ ਇਨਟੂ ਦਾ। ਮੂਵਮੈਂਟ ਫਰੋਮ ਇਨਸਾਈਡ ਟੂ ਆਊਟਸਾਈਡ ਅ ਪਲੇਸ, ਸ਼ੀ ਕੇਮ ਆਊਟ ਆਫ ਦਾ ਹਾਊਸ। ਔਰ ਇਹਨੂੰ ਤੁਸੀਂ ਇੱਕ ਹੋਰ ਤਰੀਕੇ ਨਾਲ ਕੀ ਦੇਖ ਸਕਦੇ ਆ ਕਿ ਮੂਵਮੈਂਟ ਅਕ੍ਰੋਸ ਦ ਬਾਉਂਡਰੀ ਆਫ ਅ ਪਲੇਸ, across the boundary। ਹੁਣ ਦੇਖੋ ਅਗਰ ਇਸ ਲਾਈਨ ਨੂੰ ਆਪਾਂ ਬਾਉਂਡਰੀ ਕਹੀਏ, ਇਹਦੇ across, ਇਹਦੇ ਨਾਲ ਹੀ ਤੁਸੀਂ across ਦਾ ਵੀ ਮੀਨਿੰਗ ਸਮਝ ਜਾਓਗੇ। across ਆ from here to here, ਇੱਕ ਐਂਡ ਤੋਂ ਦੂਸਰੇ ਐਂਡ ਤੱਕ। ਤਾਂ this is, suppose this is the boundary from here to here, movement across the boundary of a place। ਕਿਸੇ place ਦੀ boundary ਦੇ across move ਕਰਨਾ ਆਪਾਂ into out of use ਕਰਦੇ ਹਾਂ। he went into the house and came out of it। inside ਜਾਣ ਲਈ into, ਬਾਹਰ ਆਉਣ ਲਈ out of। lower position ਤੋਂ ਉੱਪਰ ਜਾਣ ਦੇ ਲਈ up, he ran up the stairs, up the opposite down, movement from higher position to lower position, he walked down the steps। across, movement from one side to another side, he crossed
he crossed the road, वैसे crossed road नहीं होना चाहिए ਇੱਥੇ, ਇੱਥੇ होना चाहिए he moved across the road। sentence same है ਜਿਹੜਾ ਆਪਾਂ directions ਕੀਤਾ ਸੀ, so he walked across the road, same direction ਵਾਲਾ sentence ਇੱਥੇ ਹੋਣਾ ਚਾਹੀਦਾ। he crossed the road ਗੱਲ no doubt same ਹੈ, ਪਰ ਆਪਣਾ ਇੱਥੇ ਆਪਣਾ ਮੇਨ ਪੁਆਇੰਟ ਇਹ ਹੈ ਕਿ ਅਸੀਂ across यूज ਕਰੀਏ। movement from one side to another is across। next through ਆਪਾਂ यूज ਕਰਦੇ ਹਾਂ when we want to show the movement from one end to another end of something, ਕਿਸੇ ਚੀਜ਼ ਦੇ ਇੱਕ end ਤੋਂ another end ਤੱਕ। he walked through the tunnel, tunnel ਦੇ ਅੰਦਰੋਂ ਨਿਕਲਣ ਨੂੰ ਆਪਾਂ through यूज ਕਰਾਂਗੇ। he walked through the tunnel। next along ਆਪਾਂ यूज ਕਰਦੇ ਹਾਂ ਜਦੋਂ movement following the path or line of something, ਕਿਸੇ ਦਾ path or line follow ਹੁੰਦਾ। ਦੇਖੋ ਇਹ ਅਗਰ ਇਹ road ਆ, this is the road, ਔਰ ਇਸ road ਦੇ other end side ਜਿਹੜੀ ਆ ਪਰਲੇ side ਹੈਗੀ ਆ river, this consider this as a river, so movement of this person on this road is along the river ਦੇ ਨਾਲ move ਕਰਨਾ। okay, so she walked along the river। over ਆਪਾਂ position ਚ ਵੀ ਵੈਸੇ ਦੇਖਿਆ ਸੀ almost same ਹੀ ਹੈ। movement from one side to the other on the top or above something, he jumped over the wall। ਤਾਂ movement ਜਦੋਂ show ਕਰ ਦਿੱਤੀ ਉਦੋਂ ਵੀ over ਆਇਆ, ਅਗਰ ਇੱਥੇ ਇੱਕ ਪੋਜੀਸ਼ਨ ਸ਼ੋ ਕੀਤੀ ਜਾਂਦੀ ਤਾਂ ਉਹ ਵੀ ਓਵਰ ਹੀ ਆਉਣਾ ਸੀ। ਡਾਇਰੈਕਸ਼ਨ ਤੇ ਮੂਵਮੈਂਟ ਦਾ ਕੰਪੈਰੀਜ਼ਨ ਇੱਕ ਵਾਰੀ ਫਿਰ ਦੇਖ ਲਓ। ਮੂਵਮੈਂਟ ਫੋਕਸ ਔਨ ਹਾਊ, ਡਾਇਰੈਕਸ਼ਨ ਫੋਕਸ ਔਨ ਵੇਅਰ। ਟੈਲਸ ਹਾਊ ਸਮਵਨ ਮੂਵਸ, ਹੀ ਵਾਕਡ ਅਕ੍ਰੋਸ ਦ ਰੋਡ। ਟੈਲਸ ਵੇਅਰ ਸਮਵਨ ਇਜ਼ ਗੋਇੰਗ, ਹੀ ਇਜ਼ ਗੋਇੰਗ ਟੂ ਦ ਪਾਰਕ। ਤਾਂ ਟੂ ਦ ਪਾਰਕ ਡੈਸਟੀਨੇਸ਼ਨ ਤੇ ਫੋਕਸ ਆ, ਇੱਥੇ ਵਾਕਡ ਅਕ੍ਰੋਸ, ਕਿੱਥੋਂ ਵਾਕ ਕੀਤਾ, ਅਕ੍ਰੋਸ ਦ ਰੋਡ। Examples देखने हैं prepositions of movement दिया। She walked across the road, the train passed through the tunnel, they walked along the river, we walked around the park, the bird flew over the lake, the cat crawled under the fence, he walked into the room, the child climbed onto the bed, she came out of the classroom, the glass fell off the table, he climbed up the tree, they ran down the stairs, the bus went past my house। तो ਇਹ ਸਿਰਫ ਇਹ ਲਿਖਿਆ ਹੋਇਆ ਕਿ ਡਾਇਰੈਕਸ਼ਨ ਤੇ ਮੂਵਮੈਂਟ ਦੋਨਾਂ ਦੀਆਂ ਕਾਮਨ ਪ੍ਰੈਪੋਜੀਸ਼ਨਸ ਕਿਉਂ ਹੁੰਦੀਆਂ ਆ। ਕੁਝ ਪ੍ਰੈਪੋਜੀਸ਼ਨਸ ਬਹੁਤ ਕੈਟਾਗਰੀਜ਼ ਦੇ ਵਿੱਚ ਆਉਂਦੀਆਂ ਆ, ਔਰ ਕਿਉਂ ਆਉਂਦੀਆਂ ਆ ਯੂ ਆਲਰੇਡੀ ਨੋ, ਹੈਗੀਆਂ ਦੋਨੋਂ ਰਿਲੇਟਡ ਮੂਵਮੈਂਟ ਦੇ ਨਾਲ ਹੀ ਆ। ਇੱਕ ਦੇ ਵਿੱਚ ਅਸੀਂ ਡੈਸਟੀਨੇਸ਼ਨ ਤੇ ਫੋਕਸ ਕਰਦੇ ਹਾਂ, ਇੱਕ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮੂਵਮੈਂਟ ਕਿਸ ਤਰੀਕੇ ਨਾਲ ਹੋ ਰਹੀ ਹੈ। ਤਾਂ ਇਸ ਕਰਕੇ ਸੇਮ ਪ੍ਰੈਪੋਜੀਸ਼ਨਸ ਹੀ ਦੋਨੋਂ ਕੈਟਾਗਰੀਜ਼ ਦੇ ਵਿੱਚ ਆਉਂਦੀਆਂ ਆ। ਨੈਕਸਟ ਪ੍ਰੈਪੋਜੀਸ਼ਨਸ ਆਫ ਕਾਜ਼ ਔਰ ਰੀਜ਼ਨ, ਵਾਈ ਸਮਥਿੰਗ happens। जिस चीज तो सानू ये पता लगे ना why something happens, उत्थे आपां preposition of cause समझ लेने की आ गई। ठीक, so let's start with because of। the cause is a person, thing or situation। she stayed at home, she stayed at home। okay, because of the rain, because of rain तो पहला आया तो rain reason आ, because of सानू reason दस रहा। then due to used before a noun, causes something natural, ਜਦੋਂ ਇਹ cause ਕੁਛ natural ਹੋਵੇ, external ਹੋਵੇ, beyond control ਹੋਵੇ। ਦੇਖੋ due to ਤੇ because of almost interchangeably use ਹੋ ਸਕਦੇ ਆ। the match was cancelled due to the storm, match cancel ਹੋ ਗਿਆ due to storm। because of storm ਵੀ ਆ ਸਕਦਾ, due to the fact that। we used before a clause, clause ਤੁਹਾਨੂੰ ਪਤਾ ਹੀ ਆ ਕਿ ਕੀ ਹੁੰਦਾ ਆ ਜਦ ਆਪਣਾ ਇੱਕ subject verb ਹੋਵੇ। he missed the train due to the fact that he woke up late, subject भी आ गया, verb भी आ गया, he woke up late ਤੇ ਇੱਕ clause ਹੋ ਗਿਆ। ਇਸ ਤੋਂ ਪਹਿਲਾਂ due to the fact that ਆਪਾਂ preposition use ਕਰ ਲਈ। ਹੁਣ ਜਦੋਂ ਆਪਾਂ types ਪੜ੍ਹੀਆਂ ਸੀਗੀਆਂ ਨਾ, ਉਦੋਂ ਆਪਾਂ ਪੜ੍ਹਿਆ ਸੀ ਨਾ ਕਿ preposition ਇੱਕ phrase ਦੇ form 'ਚ ਵੀ ਹੋ ਸਕਦੀ ਹੈ, ਤਾਂ ਇਹ phrase ਹੈ ਪੂਰਾ। cause ਦੱਸਣ ਲਈ ਆਪਾਂ ਕੀ use ਕੀਤਾ, due to the fact that। next as a result of, ਇਸ phrase preposition ਨੂੰ ਆਪਾਂ ਕਦੋਂ यूज करांगे, ਜਦੋਂ ਆਪਾਂ show करना that something happened as a direct result of the cause। he worked hard, as a result of that he passed the exam। देखो direct result है ना, he passed the exam, he worked hard, as a result of that he passed the exam। next for, noun pronoun ਜਾਂ ਫਿਰ gerund ਤੋਂ ਪਹਿਲਾਂ ਆਉਂਦਾ ਆ, cause ਜਿਹੜਾ ਆ reason, purpose ਜਾਂ motive ਹੁੰਦਾ ਆ। this gift is for your success, एक गिफ्ट दा रीजन की आ योर सक्सेस। फॉर कॉज तो पहले आया, गिफ्ट है और गिफ्ट दा रीजन की आ सक्सेस, इस रीजन तो पहला की आ गया फॉर। ऑन अकाउंट ऑफ, ये फॉर्मल यूजेज आ, नाउन तो पहला आंदा आ और
and the cause is a reason, problem or disadvantage. The office is closed on account of maintenance work. ਹੁਣ office closed ਆ, ਉਹਦਾ reason ਕੀ ਆ? maintenance work. ਇਹਨੂੰ ਆਪਾਂ show ਕਿੱਦਾਂ ਕਰਾਂਗੇ? ਇੱਕ ਹੀ sentence ਦੇ ਵਿੱਚ ਦੋਨਾਂ ਨੂੰ on account of use ਕਰਕੇ. So why something happens? This is shown by prepositions of cause or reason. The match was cancelled because of rain. देखो due to, because of, ਇਹਨਾਂ ਦੇ almost similar meaning ਹੀ ਹੈਗੇ ਆ. The flight was delayed due to fog. The event was postponed owing to heavy rain. Owing to, ਇਹ ਵੀ due to, because of ਵਰਗਾ ਹੀ ਹੈ ਇੱਕ. He is suffering from fever. She died of cancer. He was trembling with fear. These are some of the prepositions ਜਿਹੜੀਆਂ ਆਪਾਂ as a cause or reason use ਕਰਦੇ ਆ. Then preposition of purpose. ਕਿਸੇ ਚੀਜ਼ ਨੂੰ ਕਰਨ ਦਾ purpose ਕੀ ਆ, ਉਹਦੇ ਪਿੱਛੇ intention ਕੀ ਆ. First is for. ਜਦੋਂ ਅਸੀਂ purpose ਦੱਸਣਾ, reason ਦੱਸਣਾ, ਉਦੋਂ ਆਪਾਂ for use ਕਰਦੇ ਆ. She is studying hard for her future. Next, to. Infinitive form ਦੇ ਵਿੱਚ ਜਦੋਂ ਆਪਾਂ use ਕਰਦੇ ਆ ਨਾ, infinitive create ਕਰਨ ਲਈ to ਨੂੰ use ਕਰਦੇ ਆ. He drinks water to stay healthy. To stay, ਹੁਣ ਦੇਖੋ stay ਇੱਕ verb ਆ, verb ਤੋਂ ਪਹਿਲੇ ਆਇਆ, infinitive ਬਣ ਗਿਆ. In order to, ਇੱਕ formal form ਹੈਗੀ ਆ to ਦੀ. She works hard in order to achieve her goals. ਇੱਥੇ to ਵੀ ਆ ਸਕਦਾ ਆ. She works hard to achieve her goals. ਪਰ ਅਗਰ ਤੁਸੀਂ ਉਹਨੂੰ ਥੋੜਾ formal ਕਰਕੇ ਲਿਖਣਾ ਆ, ਉਹਨੂੰ ਲਿਖੋਗੇ in order to achieve. ਔਰ verb ਤੋਂ ਪਹਿਲਾਂ ਆਏਗਾ. To achieve ਹੁਣ ਇੱਥੇ ਇੱਕ infinitive ਬਣ ਜਾਏਗਾ. But in order to ਜਿਹੜਾ ਆ, ਉਹ ਇੱਕ preposition ਆ. Next, so that. ਇਹਨੂੰ ਆਪਾਂ clause ਤੋਂ ਪਹਿਲੇ use ਕਰਦੇ ਆ ਤੇ purpose ਕੀ ਆ? Achieve a result. He studies every day so that he can understand the lessons better. He can understand the lesson better. Clause ਆ, ਇਸ ਤੋਂ ਪਹਿਲੇ ਆਇਆ so that. Next, in order to. Used before a clause. ਇਹ ਵੀ clause ਤੋਂ ਪਹਿਲੇ use ਹੁੰਦਾ ਆ, but ਇਹ formal ਆ ਜ਼ਿਆਦਾ so that ਤੋਂ. The teacher spoke slowly in order that the student could understand. So the student could understand ਇੱਕ clause ਆ, ਇਸ ਤੋਂ ਪਹਿਲੇ in order that ਆ ਗਿਆ. ਇੱਥੇ so that ਵੀ ਆ ਸਕਦਾ ਸੀ. The teacher spoke slowly so that the students could understand. ਹੁਣ so that ਅਗਰ ਆਪਾਂ use ਕਰਾਂਗੇ ਤਾਂ ਥੋੜਾ casual type ਚ ਆ ਜਾਏਗਾ. ਅਗਰ ਆਪਾਂ in order that use ਕਰਦੇ ਹਾਂ ਤਾਂ formal style ਹੈ ਥੋੜਾ. Then for the purpose of. This is very formal. We met for the purpose of discussing the new project. Obviously, official usage ਦੇ ਲਈ official documents ਦੇ ਵਿੱਚ for the purpose of use ਹੁੰਦਾ ਆ. books ਦੇ ਵਿੱਚ literary works ਵਗੈਰਾ ਹੋ ਗਏ. ਜਦੋਂ ਆਪਾਂ ਬਹੁਤ ਜ਼ਿਆਦਾ formal ਕਿਸੇ ਚੀਜ਼ ਨੂੰ ਦੱਸਣਾ, for the purpose of. So prepositions of purpose ਜਿਹੜੀਆਂ ਆ, ਉਹ purpose ਜਾਂ intention show ਕਰਦੀਆਂ ਆ. The gift is for you. He sacrificed everything for the sake of his family. ਇੱਕ ਚੀਜ਼ ਦਾ ਹੋਰ ਧਿਆਨ ਰੱਖੋ, ਆਪਾਂ ਹੁਣੇ usage ਤਾਂ ਕੀਤੀ ਹੈ ਨਾ to and in order to ਦਾ, ਔਰ ਇਹ ਵੀ ਦੇਖਿਆ ਕਿ ਇਹਨਾਂ ਤੋਂ ਬਾਅਦ ਇੱਕ verb ਹੀ ਆਉਂਦੀ ਆ. ਇਹ express ਕਰਦੇ ਆ purpose. Individually to ਆ ਜਿਹੜਾ ਇੱਕ preposition ਆ, ਪਰ ਜਦੋਂ ਇਹ use ਹੋਏਗਾ ਨਾ verb ਦੇ ਨਾਲ, ਉਦੋਂ ਇਹਨੂੰ ਆਪਾਂ exact preposition ਨਹੀਂ ਕਵਾਂਗੇ. ਉਦੋਂ ਇਹਨੂੰ ਕੀ ਕਰਨੇ ਆਪਾਂ? infinitive marker. To stay, in order to do this and that. तो ये सारे ਦੇ ਲਈ ਇਹਨੂੰ infinitive marker ਕਿਹਾ ਜਾਂਦਾ. They are infinitive markers. Advanced grammar ਦਾ topic ਹੈ, later ਕਰਾਂਗੇ ਆਪਾਂ. Then prepositions of means or instrument or method. How something is done. ਜਦੋਂ ਕਿਸੇ instrument, method, ਇਹਦੇ ਲਈ ਆਪਾਂ ਕੋਈ preposition use ਕਰਦੇ ਆ, ਕਿਸ ਤਰ੍ਹਾਂ ਕਰਦੇ ਆ? Let's see. First is with. Most common preposition ਹੈ ਇਹ means ਦੀ. She completed the assignment with her laptop. ਜਦੋਂ ਆਪਾਂ ਕਿਸੇ ਚੀਜ਼ ਨੂੰ use ਕਰਦੇ ਆ ਨਾ as a mean, as a tool, ਉਦੋਂ ਆਪਾਂ ਜਿਹੜੀਆਂ prepositions use ਕਰਾਂਗੇ ਉਹ ਵਾਲੀਆਂ ਦੇਖਾਂਗੇ. ਤਾਂ use ਕੀਤਾ laptop. So she did the assignment. She completed the assignment with her laptop. With her laptop. Next, by. By ਆਪਾਂ use ਕਰਦੇ ਆ method ਜਾਂ process ਦੇ ਲਈ. ਸਿੱਧਾ tool ਨਹੀਂ ਹੈ. Method ਜਾਂ process ਦੇ ਲਈ by use ਕਰਦੇ ਆ. He solved the problem by using a formula. Next, through. Shows the means, especially medium or channel. ਜਦੋਂ ਆਪਾਂ medium ਜਾਂ channel use ਕਰਨ ਦੀ ਗੱਲ ਕਰਦੇ ਹਾਂ, ਉਦੋਂ through use ਕਰਾਂਗੇ. We received the news through a text message. By means of. ਇਹ formal usage ਹੈ, emphasize ਕਰਦਾ instrument ਜਾਂ method ਤੇ. The scientists conducted the experiment by means of advanced equipment. Using.
using भी ਆਪਾਂ tool ਜਾਂ method ਕਿਸੇ ਲਈ ਵੀ use ਕਰ ਸਕਦੇ ਹਾਂ। She created the design using a drawing tablet via medium ਜਾਂ route ਦੇ ਲਈ use ਹੁੰਦਾ ਆ, especially communication ਜਾਂ transportation ਦੇ ਲਈ। He sent the document via email। ਇਹ ਹੈਗੀਆਂ prepositions of means ਜਾਂ instrument, ਬਹੁਤ easy ਹੈਗੀਆਂ ਇਹ। So how action is performed? Travel by train। He cut the cake with knife। Success comes through hard work। तो हार्ड वर्क मीडियम या चैनल हो गया ना, मीडियम चैनल ਦੇ ਆਪਾਂ यूज ਕਰਦੇ ਹਾਂ थ्रू। वी रीच दिल्ली वाया चंडीगढ़। रूट ਇੱਥੇ ਆਪਾਂ रूट ਦੱਸ ਰਹੇ ਹਾਂ तो वाया यूज ਕੀਤਾ। then prepositions of possession, ਜਦੋਂ ਕੋਈ ਕਿਸੇ ਚੀਜ਼ ਦਾ ਓਨਰ ਹੁੰਦਾ ਆ, possess ਕਰ ਰਿਹਾ ਕਿਸੇ ਚੀਜ਼ ਨੂੰ, ਉਦੋਂ ਆਪਾਂ possession show ਕਰਦੇ ਹਾਂ। and the first preposition is of। most common preposition ਹੈਗੀ ਹੈ ਇਹ possession show ਕਰਨ ਦੀ। the car of my brother is new। so owner ਕੌਣ ਆ? brother। to ਆਪਾਂ यूज ਕਰਦੇ ਹਾਂ ਜਦੋਂ ਕੋਈ ਚੀਜ਼ ਬਿਲੋਂਗ ਕਰਦੀ ਕਿਸੇ ਨੂੰ, ਕਿਸੇ ਹੋਰ ਦੇ ਲਈ ਹੁੰਦੀ ਹੈ। this gift is a token of love to my sister। तो gift is for my sister। तो ਕਿਹਦੇ ਲਈ ਆ, ਕਿਹਨੂੰ ਬਿਲੋਂਗ ਕਰਦਾ? my sister ਨੂੰ। to use ਹੋਇਆ। from ਕਿਸੇ ਚੀਜ਼ ਦਾ origin ਜਾਂ source of possession ਹੈ ਜਿਹੜੀ, ਉਹਨੂੰ show ਕਰਨ ਦੇ ਲਈ ਆਪਾਂ from use ਕਰਾਂਗੇ। I got this book from my friend means already ਉਹ ਕਿਹਦੀ possession ਸੀ? friendly possession, but now I got it from my friend। next with ਆਪਾਂ use ਕਰਦੇ ਹਾਂ possession show ਕਰਨ ਲਈ ਜਦੋਂ something belonging to someone else, ਠੀਕ ਹੈ। she went out with her friend's umbrella। she went out with something belonging to someone else, friend's umbrella। in ਵੈਸੇ better ਹੈ, ਇੱਥੇ ਆਪਾਂ ਇਹਨੂੰ as a place ਦੇਖੀਏ, ਠੀਕ ਹੈ। keys are in the drawer, ਆਲਮੋਸਟ ਸੇਮ ਆ, ਪਰ ਤੁਸੀਂ ਇਹਨੂੰ ਐਜ਼ ਅ ਕਿਸੇ ਜਗ੍ਹਾ ਦੇ ਨਾਲ ਬਿਲੋਂਗ ਕਰਦੀ ਹੈ ਜਿਹੜੀ ਚੀਜ਼, ਉਸ ਤਰੀਕੇ ਨਾਲ ਵੀ ਕੰਸੀਡਰ ਕਰ ਸਕਦੇ ਹਾਂ। ਨੈਕਸਟ ਇਜ਼ ਬਾਏ। ਵੀ ਯੂਜ਼ this preposition to show possession or ownership when possessor is not important ਜਾਂ ਫਿਰ unknown ਹੋਵੇ। the house was built by the government। these were some prepositions ਜਿਹੜੀਆਂ ਆਪਾਂ possession show ਕਰਨ ਦੇ ਲਈ use ਕਰਦੇ ਹਾਂ। so let's see some of the examples। preposition of possession, ਦੇਖੋ ਲਿਖਦੇ ਆਪਾਂ ਇਹਨਾਂ ਨੂੰ prepositions of possessions ਹੀ ਹੈ, but ਇਹ ਸਿਰਫ possession ਹੀ ਨਹੀਂ show ਕਰਦੀ, belonging ਜਾਂ ਕਿਸੇ type ਦਾ relationship ਵੀ show ਕਰਦੇ ਆ। belonging ਹੁਣ ਜਿਸ ਤਰ੍ਹਾਂ the roof of the house is blue। roof ਹੈ ਜਿਹੜੀ ਕਿਹਨੂੰ belong ਕਰਦੀ ਆ? house ਨੂੰ। ਕਿਹੜੀ preposition ਆ ਗਈ? of। the girl with long hair is my sister। long hair the girl। so long hair ਕਿਹਨੂੰ belong ਕਰਦੇ ਆ? girl ਨੂੰ। with the bag belongs to Rahul। belong ਤੋਂ ਬਾਅਦ to ਹੀ ਆਉਂਦਾ ਹਮੇਸ਼ਾ। and last type is prepositions of agency। ਦੇਖੋ prepositions ਜਿਹੜੀਆਂ show ਕਰਦੀਆਂ ਕਿ who does something or who is responsible for the action, ਉਹ show ਕਰਨ ਦੇ ਲਈ ਆਪਾਂ ਕੀ use ਕਰਾਂਗੇ? prepositions of agency। first one is by। most common preposition ਹੈ agency show ਕਰਨ ਲਈ। who performed the action, ਜਦੋਂ ਆਪਾਂ ਇਹ ਦੱਸਣਾ ਹੋਵੇ the painting was made by her। by means of, by ਔਰ by means of ਇਹਨਾਂ ਦੋਨਾਂ ਦਾ ਆਲਮੋਸਟ ਸਿਮਿਲਰ ਮੀਨਿੰਗ ਹੈ। ਜਦੋਂ ਆਪਾਂ ਕਿਸੇ ਚੀਜ਼ ਨੂੰ ਕਰਨ ਲਈ ਕਿਸੇ ਮੈਥਡ ਜਾਂ ਇਨਸਟਰੂਮੈਂਟ ਦਾ ਯੂਜ਼ ਕਰਦੇ ਹਾਂ ਤਾਂ by means of ਲਿਖਦੇ ਹਾਂ। the notes were written by means of a pen। ਤਾਂ pen as a instrument use ਹੋਇਆ। to used to show who did something with the help of a medium or channel। the letter was sent through the postman। ਹੁਣ medium ਕੌਣ ਹੈ ਇੱਥੇ? ਕਿਹਨੇ ਕੀਤਾ ਐਕਸ਼ਨ? the responsible ਕੌਣ ਹੈ? postman। through ਆਏਗਾ। with the help of, ਹੁਣ ਇਹ phrase ਕਦੋਂ use ਕਰਾਂਗੇ ਆਪਾਂ? show who did something with assistance or support। he solved the problem with the help of his friend। ਦੇਖੋ ਇੱਥੋਂ no doubt ਇਹ ਬਹੁਤ ਹੀ easy ਚੱਲ ਰਹੀਆਂ ਹੈ ਇਹ ਵਾਲੀਆਂ prepositions, ਕੋਈ ਬਹੁਤ ਜ਼ਿਆਦਾ ਟਫ ਨਹੀਂ ਹੈਗੀਆਂ, ਪਰ ਇੱਥੋਂ ਨਾ ਸਿਰਫ ਇੱਕ ਚੀਜ਼ ਦਾ ਧਿਆਨ ਰੱਖਣਾ ਕਿ with the help of ਇਹ ਪੂਰੇ ਦਾ ਪੂਰਾ phrase ਹੈ ਨਾ ਜਿਹੜਾ, ਇਹ preposition ਦਾ ਕੰਮ ਕਰ ਰਿਹਾ, ਠੀਕ ਹੈ। usage ਦਾ ਧਿਆਨ ਰੱਖਣਾ ਇੱਥੇ। at the hands of ਇਹਨੂੰ ਆਪਾਂ ਉਦੋਂ ਸ਼ੋ ਕਰਦੇ ਆ ਜਦੋਂ ਆਪਾਂ ਨਾ ਕੋਈ ਬੈਡ ਐਕਸ਼ਨ ਜਾਂ ਫਿਰ ਕੋਈ ਹਾਰਮ ਦੱਸਣਾ ਹੋਵੇ ਕਿ ਜਿਹਦਾ ਕੋਈ ਰਿਸਪੌਂਸਿਬਲ ਹੋਵੇ। the window was broken at the hands of thieves on the part of। ਇੱਕ ਕਾਈਂਡ ਆਫ ਫਾਰਮਲ ਯੂਜ਼ੇਜ ਹੈ ਇਹਦੀ, ਜਦੋਂ ਆਪਾਂ ਕਿਸੇ ਤੇ ਕੋਈ ਬਲੇਮ, ਕੋਈ ਰਿਸਪੌਂਸਿਬਿਲਿਟੀ ਦੱਸਣੀ ਹੋਵੇ at that time on the part of use ਕਰਦੇ ਆ। the delay was on the part of the management। prepositions of agency ਦੀਆਂ ਕੁਝ ਐਗਜ਼ਾਮਪਲਸ ਦੇਖਦੇ ਆ। ਦੇਖੋ who performs an action, ਇਹ ਸ਼ੋ ਕਰਦੇ ਆ ਆਪਾਂ ਇਹਨਾਂ prepositions ਦੀ ਹੈਲਪ ਨਾਲ, ਸਪੈਸ਼ਲੀ ਪੈਸਿਵ ਵੌਇਸ ਦੇ ਵਿੱਚ। the novel was written by ਪ੍ਰੇਮਚੰਦ।
The message was sent through a friend. The parcel was delivered via courier. ਹੁਣ ਦੇਖੋ medium ਹੈ ਇੱਥੇ via. Now see, these are the categories ਜਿਨ੍ਹਾਂ ਦੇ according ਆਪਾਂ prepositions ਨੂੰ categorize ਕਰਦੇ ਹਾਂ ਔਰ ਹਰ ਇੱਕ category ਕਿਸੇ specific question ਦਾ answer ਕਰਦੀ ਆ। ਜਿਸ ਤਰ੍ਹਾਂ prepositions of place ਜਿਹੜੀਆਂ ਆ ਉਹ ਕੀ ਦੱਸਣਗੀਆਂ? Where is something? Time, when does something happen? Direction, where is someone going? Movement, how does someone move? And prepositions of cause की show करेगा? Why did something happen? Means reason की सी, purpose की सी, intention की सी, for what purpose? Means, how was the action performed? Then possession, whose is it? ਇਹ ਚੀਜ਼ ਕਿਹਦੀ ਆ? ਕੋਈ ਚੀਜ਼ ਕਿਹਨੂੰ ਬਿਲੋਂਗ ਕਰਦੀ ਆ? ਇਹ ਵੀ preposition of possession ਦਾ ਪਤਾ ਲੱਗਦਾ। Then agency, who performed the action? Throughout this lesson ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੋਏਗੀ ਕਿ ਕੁਝ prepositions ਜਿਹੜੀਆਂ ਆ ਉਹ ਇੱਕ ਤੋਂ ਜ਼ਿਆਦਾ ਕੈਟੇਗਰੀ ਦੇ ਵਿੱਚ ਅਪੀਅਰ ਹੁੰਦੀਆਂ ਆ, ਹੈ ਨਾ? ਜਿਸ ਤਰ੍ਹਾਂ at ਆ, place ਦੇ ਵਿੱਚ ਵੀ ਆ ਰਿਹਾ, time ਦੇ ਵਿੱਚ ਵੀ ਆ ਰਿਹਾ, then in ਅਪੀਅਰ ਹੋ ਰਿਹਾ, place, time, movement ਦੇ ਵਿੱਚ ਵੀ, then by ਅਪੀਅਰ ਹੁੰਦਾ time, means, agency ਦੇ ਵਿੱਚ, then for ਵੀ different categories ਦੇ ਵਿੱਚ same preposition ਆ ਰਹੀ ਹੈ। ਇਹਦਾ ਮਤਲਬ ਇਹ ਆ ਕਿ preposition ਜਿਹੜੀ ਆ ਕੋਈ ਇੱਕ particular preposition ਸਿਰਫ ਇੱਕ ਹੀ function show ਨਹੀਂ ਕਰਦੀ, ਇੱਕ ਤੋਂ ਜ਼ਿਆਦਾ functions show ਕਰਦੀ ਆ। same preposition different relationships show ਕਰ ਸਕਦੀ ਆ depending on the context। ਇਸ lesson ਦੇ ਵਿੱਚ ਤੁਸੀਂ ਸਿਰਫ ਇੱਕ particular preposition ਦਾ specific use ਦੇਖਿਆ। subsequent videos ਦੇ ਵਿੱਚ ਆਪਾਂ comparison ਦੇਖਾਂਗੇ, same preposition ਦੀ different usage ਦੇਖਾਂਗੇ, ਕਿਉਂਕਿ preposition topic ਜਿਹੜਾ ਹੈ ਨਾ ਉਹ ਸਿਰਫ ਇੱਕ ਜਾਂ ਦੋ ਵੀਡੀਓਜ਼ ਦੇ ਥਰੂ ਕੰਪਲੀਟ ਨਹੀਂ ਹੋ ਸਕਦਾ। ਇਸ ਤੋਂ ਬਾਅਦ ਹੁਣ ਜਿਹੜੀਆਂ ਹੋਰ ਵੀਡੀਓਜ਼ ਮੈਂ ਅਪਲੋਡ ਕਰੂੰਗੀ ਉਹਨਾਂ ਵਿੱਚ ਆਪਾਂ ਇੱਕ ਤਾਂ ਦੇਖਾਂਗੇ ਇੱਕ ਪ੍ਰੈਪੋਜੀਸ਼ਨ ਦੇ ਅਲੱਗ-ਅਲੱਗ ਯੂਜ਼ੇਜ, ਆਲਦੋ ਅੱਜ ਦੇ ਵੀਡੀਓ ਦੇ ਵਿੱਚ ਵੀ ਆਪਾਂ ਦੇਖਿਆ, ਬਟ ਸਟਿਲ ਆਪਣਾ ਫੋਕਸ ਜਿਹੜਾ ਸੀ ਉਹ ਮੇਨ ਕੈਟਾਗਰੀਜ਼ ਤੇ ਸੀਗਾ, ਠੀਕ ਹੈ। ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਸੇਮ ਪ੍ਰੈਪੋਜੀਸ਼ਨ ਕਿਸ ਤਰ੍ਹਾਂ ਡਿਫਰੈਂਟ ਸਿਚੁਏਸ਼ਨਸ ਦੇ ਵਿੱਚ ਯੂਜ਼ ਹੁੰਦੀ ਆ। ਪ੍ਰੈਪੋਜੀਸ਼ਨ ਟੌਪਿਕ ਇੱਕ ਇਸ ਤਰ੍ਹਾਂ ਦਾ ਆ ਜਿਹਦੇ ਵਿੱਚ ਰੂਲਸ ਨਾਲੋਂ ਜ਼ਿਆਦਾ ਯੂਜ਼ੇਜ ਮੈਟਰ ਕਰਦੀ ਹੈ। ਆਈ ਹੋਪ ਕਿ ਜੋ ਅੱਜ ਆਪਾਂ ਕੀਤਾ ਉਹ ਤੁਹਾਨੂੰ ਅੱਛੇ ਤਰੀਕੇ ਨਾਲ ਸਮਝ ਆਇਆ। ਅਗਰ ਵਿੱਚੋਂ ਕੋਈ ਪੁਆਇੰਟ ਨਹੀਂ ਸਮਝ ਆਇਆ, you can comment under this video or you can ask your doubt in the Telegram group. So that's all for today. Thank you for watching.